ਤੁਸੀਂ ਸੁਣ ਰਹੇ ਹੋ ਕਿਤਾਬ ਰੋਸ਼ਨ ਦਿਮਾਗ। ਭਾਈ ਹਰਮਿੰਦਰ ਸਿੰਘ ਸੰਧੂ, ਲੇਖਕ ਬਲਜੀਤ ਸਿੰਘ ਖਾਲਸਾ। 22ਵੇਂ ਭਾਗ ਵਿੱਚ ਸੁਣੋ ਪੰਥਕ ਕਮੇਟੀ ਵੱਲੋਂ ਖਾਲਿਸਤਾਨ ਦਾ ਐਲਾਨ ਅਤੇ ਖਾਲਿਸਤਾਨ ਦੇ ਐਲਾਨ ਲਈ ਇਹ ਢੁਕਵਾਂ ਸਮਾਂ ਕਿਉਂ ਨਹੀਂ ਸੀ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥਕ ਕਮੇਟੀ ਵੱਲੋਂ ਖਾਲਿਸਤਾਨ ਦਾ ਐਲਾਨ। 5 ਮੈਂਬਰੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ ਗਿਆ। ਖਾਲਿਸਤਾਨ ਦੀ ਸਥਾਪਨਾ ਦਾ ਇਹ ਐਲਾਨ ਬੇਸ਼ੱਕ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਸੀ, ਪਰ ਰਣਨੀਤੀ ਵੀ ਅਤੇ ਰਣਨੀਤਕ ਵਿਸ਼ਲੇਸ਼ਕ ਵੀ ਕਹਿੰਦੇ ਹਨ ਕਿ ਐਲਾਨ ਕਰਨ ਦਾ ਉਹ ਢੁਕਵਾਂ ਮੌਕਾ ਨਹੀਂ ਸੀ। ਕਈ ਪੰਥਕ ਸ਼ਖਸੀਅਤਾਂ ਇਹ ਗਵਾਹੀ ਵੀ ਭਰਦੀਆਂ ਹਨ ਕਿ ਫਿਲਹਾਲ ਐਲਾਨ ਕੀਤਾ ਜਾਵੇ ਜਾਂ ਨਾ। ਇਸ ਲਈ ਗੁਰੂ ਸਾਹਿਬ ਦੇ ਸਨਮੁਖ ਪਰਚੀਆਂ ਲਿਖ ਕੇ ਵੀ ਪਾਈਆਂ ਗਈਆਂ। 3 ਪਰਚੀਆਂ ਪਾਈਆਂ ਗਈਆਂ। ਨੰਬਰ 1, ਖਾਲਿਸਤਾਨ ਦਾ ਐਲਾਨ ਕੀਤਾ ਜਾਵੇ। ਨੰਬਰ 2, ਖਾਲਿਸਤਾਨ ਦਾ ਐਲਾਨ ਨਾ ਕੀਤਾ ਜਾਵੇ। ਅਤੇ ਨੰਬਰ 3, ਖਾਲਿਸਤਾਨ ਦਾ ਐਲਾਨ ਕੀਤਾ ਜਾਵੇ ਪਰ ਅਜੇ ਨਹੀਂ। ਪਰਚੀ ਇਹ ਨਿਕਲੀ, ਐਲਾਨ ਕੀਤਾ ਜਾਵੇ ਪਰ ਅਜੇ ਨਹੀਂ। ਗੁਰੂ ਸਾਹਿਬ ਦੇ ਇਸ ਸਪਸ਼ਟ ਹੁਕਮ ਦੇ ਬਾਵਜੂਦ ਪੰਥਕ ਕਮੇਟੀ ਦੇ ਮੈਂਬਰਾਂ 'ਤੇ ਦਬਾਅ ਪਾਇਆ ਗਿਆ। ਜੇ ਅਸੀਂ ਐਲਾਨ ਨਾ ਕੀਤਾ ਤਾਂ ਸਾਨੂੰ ਮਦਦ ਮਿਲਣੀ ਬੰਦ ਹੋ ਜਾਵੇਗੀ। ਅਖੀਰ ਪੰਥਕ ਕਮੇਟੀ ਨੇ ਇਹ ਐਲਾਨ ਕਰ ਦਿੱਤਾ। ਇਸ ਐਲਾਨ ਪਿੱਛੇ ਵੀ ਉਹ ਦਬਾਅ ਹੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ, ਜਿਹੜਾ ਪਹਿਲਾਂ ਫੈਡਰੇਸ਼ਨ ਦੀ ਲੀਡਰਸ਼ਿਪ ਕੋਲੋਂ ਵੀ ਤੁਰੰਤ ਖਾਲਿਸਤਾਨ ਦਾ ਐਲਾਨ ਕਰਵਾ ਕੇ ਫੈਡਰੇਸ਼ਨ ਦੀ ਕਾਰਜਸ਼ੀਲ ਲੀਡਰਸ਼ਿਪ ਸਮੇਤ ਵਰਕਰਾਂ ਨੂੰ ਵੀ ਜੇਲ੍ਹ ਜਾਂ ਜੰਗਲ ਦੇ ਰਾਹ ਪਾਉਣ ਲਈ ਕਾਹਲਾ ਸੀ। ਜਿਨ੍ਹਾਂ ਤਾਕਤਾਂ ਦਾ ਹਵਾਲਾ ਦਿੱਤਾ ਗਿਆ ਕਿ ਉਹ ਕਹਿ ਰਹੀਆਂ ਹਨ ਕਿ ਜੇ ਸਾਡੇ ਤੋਂ ਮਦਦ ਲੈਣੀ ਹੈ ਤਾਂ ਪਹਿਲਾਂ ਖਾਲਿਸਤਾਨ ਦਾ ਐਲਾਨ ਕਰੋ, ਉਹਨਾਂ ਨੇ ਵੀ ਇਸ ਐਲਾਨ ਦੀ ਟਾਈਮਿੰਗ 'ਤੇ ਹੈਰਾਨੀ ਪ੍ਰਗਟਾਈ। ਇਹ ਸਾਰੇ ਵਰਤਾਰੇ ਵਿੱਚ ਸ਼ਾਮਲ ਕਿਸੇ ਸ਼ਖਸੀਅਤ ਨਾਲ ਭਾਵੇਂ ਮੇਰਾ ਮੇਲ ਜੋਲ ਨਹੀਂ ਹੋ ਸਕਿਆ, ਇਸ ਲਈ ਮੈਂ ਆਪਣੇ ਵੱਲੋਂ ਵਧੇਰੇ ਵਿਸਥਾਰ ਤੋਂ ਗੁਰੇਜ਼ ਕਰਾਂਗਾ। ਪਰ ਸੰਤ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਰਹੇ ਪੱਤਰਕਾਰ ਮਹਿੰਦਰ ਸਿੰਘ, ਜਿਨ੍ਹਾਂ ਦਾ ਪੁੱਤਰ ਭਾਈ ਪਰਵਿੰਦਰਜੀਤ ਸਿੰਘ ਗੋਲਡੀ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਇਆ, ਉਹ ਇਸ ਵਰਤਾਰੇ ਦੇ ਗਵਾਹ ਹਨ। ਉਹਨਾਂ ਨੇ ਇਸ ਬਾਰੇ ਜੋ ਲਿਖਿਆ ਹੈ ਉਸ ਦਾ ਇੱਥੇ ਹਵਾਲਾ ਦੇਣਾ ਜ਼ਰੂਰੀ ਹੈ। ਉਹ ਲਿਖਦੇ ਹਨ, ਇੱਕ ਬਜ਼ੁਰਗ ਸਿੱਖ ਆਗੂ ਬਾਬਾ ਗੱਜਾ ਸਿੰਘ ਉਰਫ ਡਾਂਗ ਵਾਲਾ ਬਾਬਾ, ਜੋ ਕਿ ਦੂਰ ਅੰਦੇਸ਼ ਅਤੇ ਸਿਆਸੀ ਤੌਰ 'ਤੇ ਨਿਪੁੰਨ ਸੀ, ਉਸ ਨੇ ਆਪਣੇ ਸ਼ਹੀਦ ਹੋਣ ਤੋਂ ਕੁਝ ਦਿਨ ਪਹਿਲਾਂ ਮੈਨੂੰ ਦੱਸਿਆ ਸੀ ਕਿ 29 ਅਪ੍ਰੈਲ 1986 ਵਾਲੇ ਦਿਨ ਉਹ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਸੀ। ਜਦੋਂ ਉੱਥੇ ਖਾਲਿਸਤਾਨ ਦੇ ਐਲਾਨ ਦੀ ਖਬਰ ਪੁੱਜੀ ਤਾਂ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਨੇ ਉਸ ਨੂੰ ਆ ਘੇਰਿਆ ਤੇ ਪੁੱਛਣ ਲੱਗੇ, ਇਹ ਐਲਾਨ ਇਸ ਦੇ ਇਸ਼ਾਰੇ 'ਤੇ ਕੀਤਾ ਹੈ ਕਿ ਸਾਡੀ ਕਿਸੇ ਏਜੰਸੀ, ਫੌਜੀ ਅਧਿਕਾਰੀ ਜਾਂ ਕਿਸੇ ਸਿਆਸੀ ਆਗੂ ਨੇ ਅਜਿਹਾ ਕਰਨ ਲਈ ਕਿਹਾ ਸੀ? ਜੇ ਫਿਰ ਉਹਨਾਂ ਕਿਹਾ ਸੀ ਤਾਂ ਉਸ ਦਾ ਨਾਮ ਦੱਸੋ। ਉਸ ਮੁਤਾਬਕ ਉਹਨਾਂ ਅਫਸਰਾਂ ਨੇ ਕਿਹਾ, ਉਹ ਸਿੱਖੋ, ਫਿਲਹਾਲ ਨਾ ਕੋਈ ਤੁਹਾਡਾ ਲੀਡਰ ਹੈ, ਨਾ ਜਥੇਬੰਦੀ ਹੈ ਤੇ ਨਾ ਹੀ ਕੋਈ ਤਿਆਰੀ ਹੈ। ਫਿਰ ਉਹਨਾਂ ਕਿਹਾ, ਹੁਣੇ ਹੀ ਵਾਪਸ ਪਰਤ ਜਾ ਅਤੇ ਇਹ ਪਤਾ ਕਰਕੇ ਸਾਨੂੰ ਦੱਸੀ ਕਿ ਅੰਮ੍ਰਿਤਸਰ ਤੋਂ ਖਾਲਿਸਤਾਨ ਦਾ ਐਲਾਨ ਇਸ ਸ਼ਕਤੀ ਦੇ ਬਲਬੂਤੇ 'ਤੇ ਕੀਤਾ ਹੈ। ਉਹ ਅਗਲੀ ਰਾਤ ਹੀ ਰਾਵੀ ਦਰਿਆ ਪਾਰ ਕਰਕੇ ਡੇਰਾ ਬਾਬਾ ਨਾਨਕ ਸਰਹੱਦ ਨੇੜਿਓਂ ਪਾਕਿਸਤਾਨ ਤੋਂ ਪਰਤ ਆਇਆ ਅਤੇ ਖਾੜਕੂਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਮੀਟਿੰਗ ਕਰਨ ਲਈ ਕਿਹਾ ਤਾਂ ਕਿ ਇਹ ਪਤਾ ਲੱਗ ਸਕੇ ਕਿ ਖਾਲਿਸਤਾਨ ਦਾ ਐਲਾਨ ਕਿਵੇਂ ਹੋਇਆ ਹੈ। ਕੁਝ ਦਿਨ ਪਿੱਛੋਂ ਹੀ ਰਾਤ ਵੇਲੇ ਅੰਮ੍ਰਿਤਸਰ ਵਿੱਚ ਬਾਬਾ ਗੁਰਦਿਆਲ ਸਿੰਘ ਸਿੰਧੀ ਦੇ ਘਰ ਮੀਟਿੰਗ ਰੱਖ ਲਈ ਗਈ, ਜਿਸ ਵਿੱਚ ਕਈ ਚੋਟੀ ਦੇ ਖਾੜਕੂਆਂ ਨੇ ਹਿੱਸਾ ਲਿਆ। ਇਹਨਾਂ ਵਿੱਚ ਭਾਈ ਗੁਰਜੀਤ ਸਿੰਘ ਵੀ ਸੀ, ਜੋ ਸੰਤ ਭਿੰਡਰਾਂਵਾਲਿਆਂ ਦਾ ਨਜ਼ਦੀਕੀ ਰਿਸ਼ਤੇਦਾਰ ਸੀ ਅਤੇ ਇਸ ਕਰਕੇ ਸਾਰੇ ਖਾੜਕੂ ਉਸ ਦਾ ਸਤਿਕਾਰ ਵੀ ਕਰਦੇ ਸਨ। ਬਾਬੇ ਗੱਜਾ ਸਿੰਘ ਨੇ ਮੀਟਿੰਗ ਦੌਰਾਨ ਪੁੱਛਿਆ ਕਿ ਖਾਲਿਸਤਾਨ ਦਾ ਐਲਾਨ ਕਰਨ ਲਈ ਕਿਸ ਨੇ ਕਿਹਾ ਸੀ। ਅੱਗੇ ਖਾੜਕੂਆਂ ਨੇ ਪਾਕਿਸਤਾਨ ਦਾ ਨਾਮ ਲਿਆ। ਉਸ ਨੇ ਜਦ ਪਾਕਿਸਤਾਨ ਦੇ ਕਿਸੇ ਅਧਿਕਾਰੀ ਜਾਂ ਸਿਆਸੀ ਆਗੂ ਦਾ ਨਾਂ ਦੱਸਣ ਲਈ ਕਿਹਾ ਜਿਸ ਨੇ ਅਜਿਹਾ ਕਰਨ ਲਈ ਕਿਹਾ ਹੋਵੇ, ਤਾਂ ਸਾਰੇ ਗੁਰਜੀਤ ਸਿੰਘ ਦੇ ਮੂੰਹ ਵੱਲ ਵੇਖਣ ਲੱਗ ਪਏ, ਜੋ ਸਭ ਦੇ ਪਿੱਛੋਂ ਪਾਕਿਸਤਾਨ ਨੂੰ ਆਇਆ ਸੀ, ਪਰ ਉਹ ਵੀ ਨੀਵੀਂ ਪਾ ਕੇ ਬੈਠਾ ਰਿਹਾ, ਜਿਸ ਤੋਂ ਸਾਬਤ ਹੋ ਗਿਆ ਕਿ ਉਹ ਝੂਠਾ ਹੈ ਤੇ ਖਾਲਿਸਤਾਨ ਦਾ ਐਲਾਨ ਕਰਾਉਣ ਲਈ ਉਸਨੇ ਖਾੜਕੂਆਂ ਨੂੰ ਗੁੰਮਰਾਹ ਕੀਤਾ ਹੈ। ਭਾਈ ਗੁਰਜੀਤ ਸਿੰਘ ਨੂੰ ਉਸ ਦਿਨ ਤੋਂ ਖਾੜਕੂਆਂ ਨੇ ਸ਼ੱਕੀ ਅੱਖਾਂ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਸੀ।
ਮੀਟਿੰਗ ਵਿੱਚ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਲਈ ਉਸਨੇ ਆਪਣੇ ਸਾਥੀਆਂ ਰਾਹੀਂ ਬਾਬਾ ਗੱਜਾ ਸਿੰਘ ਨੂੰ ਮਰਵਾ ਦਿੱਤਾ, ਜੋ ਹਰਿਆਣੇ ਦੇ ਕਸਬੇ ਕਾਲਿਆਂਵਾਲੀ ਦਾ ਰਹਿਣ ਵਾਲਾ ਸੀ ਅਤੇ ਧਰਮ ਯੁੱਧ ਮੋਰਚੇ ਦੌਰਾਨ ਸੰਤਾਂ ਦੀ ਸੰਗਤ ਵਿੱਚ ਆ ਗਿਆ ਸੀ। ਉਹ ਬਾਬਾ ਇੰਨਾ ਦੂਰ ਅੰਦੇਸ਼ ਸੀ ਕਿ ਸਾਕਰ ਨੀਲਾ ਤਾਰਾ ਤੋਂ 2 ਹਫ਼ਤੇ ਪਹਿਲਾਂ ਹੀ ਉਸਨੇ ਸੰਤ ਭਿੰਡਰਾਂ ਵਾਲਿਆਂ ਨੂੰ ਦੱਸ ਦਿੱਤਾ ਸੀ ਕਿ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਹੋਣ ਵਾਲਾ ਹੈ। ਫੌਜ ਦੇ ਨਾਲ ਟੈਂਕ ਤਾਂ ਆਉਣਗੇ, ਹੋ ਸਕਦਾ ਹੈ ਹਵਾਈ ਜਹਾਜ਼ ਵੀ ਆ ਜਾਣ, ਪਰ ਸੰਤਾਂ ਨੇ ਹੱਸ ਕੇ ਉਸ ਨੂੰ ਟਾਲ ਦਿੱਤਾ, ਜਿਸ ਕਾਰਨ ਉਹ ਬਹੁਤ ਉਦਾਸ ਹੋ ਗਿਆ। ਉਸਨੇ ਸੰਤਾਂ ਨਾਲ ਹੋਈ ਗੱਲਬਾਤ ਮੇਰੇ ਨਾਲ ਵੀ ਸਾਂਝੀ ਕੀਤੀ ਸੀ। ਮੈਨੂੰ ਕਹਿਣ ਲੱਗਾ, ਦੇਖ ਮਹਿੰਦਰ, ਅੱਜ ਤੋਂ ਪਿੱਛੋਂ ਸ਼ਾਇਦ ਆਪਾਂ ਕਦੇ ਵੀ ਨਾ ਮਿਲੀਏ। ਫੌਜੀ ਹਮਲਾ ਹੋਣ ਵਾਲਾ ਹੈ, ਇੱਥੇ ਟੈਂਕ ਵੀ ਆਉਣੇ ਹਨ, ਤੋਪਾਂ ਵੀ, ਤੇ ਹੋ ਸਕਦਾ ਹੈ ਕਿ ਹਵਾਈ ਜਹਾਜ਼ ਵੀ ਆ ਜਾਣ। ਪਰ ਬਾਬਾ ਜੀ ਮੇਰੀ ਗੱਲ ਮੰਨਦੇ ਨਹੀਂ, ਜਿਸ ਕਾਰਨ ਮੈਂ ਬਹੁਤ ਦੁਖੀ ਹਾਂ। ਇੱਕ ਪਾਸੇ ਤਾਂ ਲਾਲ ਹਨੇਰੀ ਚੜ੍ਹੀ ਹੋਈ ਹੈ, ਉਹ ਭੋਲੇ ਪਾਤਸ਼ਾਹ ਬੇਖਬਰ ਆਪਣੀ ਹੀ ਮੌਜ ਵਿੱਚ ਹਨ। ਚਲੋ ਵੇਖੀ ਜਾਊ ਜੋ ਗੁਰੂ ਨੂੰ ਭਾਵੇ। ਇਸ ਗੰਭੀਰ ਗੱਲਬਾਤ ਤੋਂ ਉਪਰੰਤ ਉਹ ਤਾਂ ਆਪਣੇ ਕਮਰੇ ਵੱਲ ਚਲਾ ਗਿਆ ਅਤੇ ਮੈਂ ਸੰਤਾਂ ਨੂੰ ਮਿਲਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਹੋ ਤੁਰਿਆ। ਜਦੋਂ ਉੱਥੇ ਪਹੁੰਚਿਆ ਤਾਂ ਸੰਤ ਕੇਸੀ ਇਸ਼ਨਾਨ ਉਪਰੰਤ ਉੱਪਰਲੀ ਮੰਜ਼ਲ ਤੇ ਕੇਸ ਸੁਕਾ ਰਹੇ ਸਨ, ਕਿਉਂਕਿ ਉਹ ਹਰ ਰੋਜ਼ ਕੇਸੀ ਇਸ਼ਨਾਨ ਕਰਦੇ ਹੁੰਦੇ ਸਨ। ਮੈਨੂੰ ਆਉਂਦਿਆਂ ਨੂੰ ਵੇਖ ਕੇ ਕਹਿਣ ਲੱਗੇ, ਅੱਜ ਤੇਰਾ ਮੂੰਹ ਕਿਉਂ ਲਟਕਿਆ ਹੋਇਆ ਹੈ? ਮੈਂ ਕਿਹਾ, ਬਾਬਾ ਡਾਂਗ ਵਾਲਾ ਮਿਲਿਆ ਸੀ। ਸੰਤ ਹੱਸ ਪਏ ਤੇ ਕਹਿਣ ਲੱਗੇ, ਉਹ ਤਾਂ ਫੌਜੀ ਹਮਲੇ ਦੀਆਂ ਗੱਲਾਂ ਕਰਦਾ ਹੈ, ਮੇਰੇ ਕੋਲ ਵੀ ਕੱਲ੍ਹ ਆਇਆ ਸੀ। ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਆਉਣ ਦਿਓ ਫੌਜ ਨੂੰ, ਨਾਨੀ ਯਾਦ ਕਰਵਾ ਦਿਆਂਗੇ। ਬਾਬਾ ਗੱਜਾ ਸਿੰਘ ਦੀਆਂ 2 ਹਫ਼ਤੇ ਪਹਿਲਾਂ ਕਹੀਆਂ ਗੱਲਾਂ ਹੂਬਹੂ ਸੱਚ ਸਾਬਤ ਹੋਈਆਂ। ਫੌਜੀ ਹਮਲਾ ਵੀ ਹੋਇਆ, ਟੈਂਕ ਤੇ ਹਵਾਈ ਜਹਾਜ਼ ਵੀ ਆਏ, ਪਰ ਜਿੰਨਾ ਨੁਕਸਾਨ ਜਨਰਲ ਸੁਬੇਗ ਸਿੰਘ ਦੀ ਅਗਵਾਈ ਹੇਠ ਬਾਬਾ ਭਿੰਡਰਾਂ ਵਾਲਿਆਂ ਦੇ ਸਾਥੀਆਂ ਨੇ 72 ਘੰਟਿਆਂ ਦੀ ਲੜਾਈ ਦੌਰਾਨ ਫੌਜ ਦਾ ਕੀਤਾ, ਉਹਨਾਂ ਨੁਕਸਾਨ 1971 ਅਤੇ 65 ਵਿੱਚ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਦੌਰਾਨ ਵੀ ਨਹੀਂ ਸੀ ਹੋਇਆ। ਕਿਤਾਬ ਨਹੀਂ ਰੱਖੀ ਗਈ, ਪੰਨਾ 207। ਨਤੀਜੇ ਵਜੋਂ ਪੰਥਕ ਕਮੇਟੀ, ਜੋ ਕਿ ਖਾਲਿਸਤਾਨੀ ਲਹਿਰ ਨਾਲ ਜੁੜਿਆ ਲੋਕ ਸੰਪਰਕ ਦਾ ਵੱਡਾ ਆਧਾਰ ਬਣਨ ਦੇ ਸਮਰੱਥ ਸੀ, ਖਾਲਿਸਤਾਨ ਦੇ ਐਲਾਨ ਪਿੱਛੋਂ ਉਸ ਦੇ ਮੈਂਬਰਾਂ ਨੂੰ ਵੀ ਰੂਹ-ਪੋਸ਼ ਹੋਣਾ ਪਿਆ। ਇਸ ਐਲਾਨ ਤੋਂ ਅਗਲੇ ਦਿਨ ਬਰਨਾਲਾ ਸਰਕਾਰ ਨੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜ ਦਿੱਤੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤਰ੍ਹਾਂ ਪੰਥਕ ਕਮੇਟੀ ਦੇ ਮੈਂਬਰ ਜੰਗਲ ਦੇ ਰਾਹ ਪੈ ਗਏ ਅਤੇ ਜਥੇਦਾਰ ਅਕਾਲ ਤਖਤ ਨੂੰ ਜੇਲ੍ਹ ਭੇਜ ਦਿੱਤਾ ਗਿਆ। ਸਿਆਸੀ ਮੰਚ ਫਿਰ ਰਵਾਇਤੀ ਅਕਾਲੀਆਂ ਲਈ ਖਾਲੀ ਹੋ ਗਿਆ। ਇਸ ਤੋਂ ਬਾਅਦ ਖਾਨਾ ਜੰਗੀ ਰਾਹੀਂ ਵਿਚਾਰਧਾਰਕ ਵਿਰੋਧੀਆਂ ਨੂੰ ਰਸਤੇ ਤੋਂ ਹਟਾਉਣ ਦੀ ਖੇਡ ਵੀ ਆਰੰਭ ਹੋ ਗਈ। 5 ਮਈ 1986 ਨੂੰ ਸਿੱਖ ਸੰਘਰਸ਼ ਦੀ ਅਹਿਮ ਸ਼ਖਸੀਅਤ ਭਾਈ ਸੁਖਦੇਵ ਸਿੰਘ ਸਖੀਰਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਫੈਡਰੇਸ਼ਨ ਦੇ ਐਕਟਿੰਗ ਕਨਵੀਨਰ ਹਰਿੰਦਰ ਸਿੰਘ ਕਾਹਲੋਂ ਤੇ ਕੁਝ ਭਾਰਤੀ ਅਧਿਕਾਰੀਆਂ ਨਾਲ ਗੰਢ ਤੁੱਪ ਦਾ ਦੋਸ਼ ਲਾ ਕੇ ਉਸ ਨੂੰ ਕਤਲ ਕਰਨ ਦੇ ਯਤਨ ਹੋਏ, ਪਰ ਉਹ ਸੱਦੀ ਗਈ ਥਾਂ ਉੱਤੇ ਆਪਣੇ ਸਾਥੀ ਸਿੰਘਾਂ ਨੂੰ ਲੈ ਕੇ ਜਾਂਦਾ ਰਿਹਾ, ਜਿਸ ਕਾਰਨ ਉਸ ਦੇ ਕਤਲ ਦੀ ਸਕੀਮ ਸਫਲ ਨਾ ਹੋ ਸਕੀ। ਫਿਰ ਅਚਾਨਕ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਜੰਮੂ ਦੀ ਜੇਲ੍ਹ ਵਿੱਚ ਭੇਜ ਦਿੱਤਾ। ਕਾਹਲੋਂ ਦੀ ਥਾਂ ਗੁਰਜੀਤ ਸਿੰਘ ਦੇ ਕਨਵੀਨਰ ਚੁਣੇ ਜਾਣ ਦੀ ਆਸ ਸੀ, ਪਰ ਇਸ ਦੀ ਬਜਾਏ ਭਾਈ ਸਰਬਜੀਤ ਸਿੰਘ ਘੋੜੇਵਾਲ ਰੋਪੜ ਨੂੰ ਕਨਵੀਨਰ ਚੁਣ ਲਿਆ ਗਿਆ। ਸਰਬਜੀਤ ਸਿੰਘ ਰੋਪੜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਅਤੇ ਭਾਈ ਅਮਰੀਕ ਸਿੰਘ ਦੇ ਸਮੇਂ ਹੀ ਇੱਕ DSP ਦਾ ਪੁੱਤ ਹੋਣ ਦੇ ਬਾਵਜੂਦ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ ਸ਼ਾਮਲ ਹੋਇਆ ਸੀ ਤੇ ਪਹਿਲਾਂ ਉਸ ਨੂੰ ਰੋਪੜ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ ਸੀ। ਉਹ ਇੱਕ ਵਧੀਆ ਬੁਲਾਰਾ ਵੀ ਸੀ। ਜੂਨ 1984 ਦੇ ਘੱਲੂਘਾਰੇ ਸਮੇਂ ਗੁਰਦੁਆਰਾ ਭੱਠਾ ਸਾਹਿਬ ਰੋਪੜ ਵਿਖੇ ਫੌਜੀ ਹਮਲੇ ਦੇ ਦੌਰਾਨ ਭਾਈ ਸਰਬਜੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਭਾਈ ਸਰਬਜੀਤ ਸਿੰਘ ਰੋਪੜ ਨੇ ਕਨਵੀਨਰ ਬਣਨ ਪਿੱਛੇ ਫੈਡਰੇਸ਼ਨ ਦੀਆਂ ਸਿਆਸੀ ਸਰਗਰਮੀਆਂ ਜਾਰੀ ਰੱਖੀਆਂ। ਪੰਥਕ ਕਮੇਟੀ ਵੱਲੋਂ ਖਾਲਿਸਤਾਨ ਦਾ ਐਲਾਨ ਬੇਸ਼ੱਕ ਸਿੱਖਾਂ ਦੀਆਂ ਜ਼ਖਮੀ ਭਾਵਨਾਵਾਂ ਦੀ ਤਰਜਮਾਨੀ ਕਰਦਾ ਸੀ, ਇਸ ਲਈ ਆਮ ਸਿੱਖਾਂ ਨੇ ਇਸ ਬਾਰੇ ਬਹੁਤਾ ਨਾ ਸੋਚਿਆ, ਪਰ ਖਾਲਿਸਤਾਨ ਦੇ ਸੰਘਰਸ਼ ਦੀ ਸਫਲਤਾ ਲਈ ਇਹ ਐਲਾਨ ਕਰਨ ਦਾ ਢੁਕਵਾਂ ਸਮਾਂ ਕਿਉਂ ਨਹੀਂ ਸੀ, ਇਸ ਬਾਰੇ ਵਿਚਾਰ ਅਗਲੇ ਪੰਨਿਆਂ ਤੇ ਕੀਤੀ ਜਾ ਰਹੀ ਹੈ। ਖਾਲਿਸਤਾਨ ਦੇ ਐਲਾਨ ਲਈ ਇਹ ਢੁਕਵਾਂ ਸਮਾਂ ਕਿਉਂ ਨਹੀਂ ਸੀ? ਖਾਲਿਸਤਾਨ ਲਈ ਸੰਘਰਸ਼ ਲੜਦੇ ਹੋਣ ਦੇ ਬਾਵਜੂਦ ਉਸ ਮੌਕੇ ਖਾਲਿਸਤਾਨ ਦਾ ਐਲਾਨ ਕਰਨਾ ਠੀਕ ਕਿਉਂ ਨਹੀਂ ਸੀ, ਇਸ 'ਤੇ ਵਿਚਾਰ ਕਰਨੀ ਜ਼ਰੂਰੀ ਹੈ। ਆਪਣੇ ਆਜ਼ਾਦ ਦੇਸ਼ ਲਈ ਸੰਘਰਸ਼ ਲੜ ਰਹੀ ਕੋਈ ਵੀ ਕੌਮ ਆਪਣੀਆਂ
ਤਿਆਰੀਆਂ ਵੀ ਜਾਰੀ ਰੱਖਦੀ ਹੈ ਤੇ ਹਕੂਮਤ ਨਾਲ ਲੜਦੀ ਵੀ ਹੈ। ਪਰ ਯੂਐਨਓ ਵਰਗੀਆਂ ਸੰਸਥਾਵਾਂ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਆਜ਼ਾਦੀ ਲਈ ਲੜਦੀਆਂ ਕੌਮਾਂ ਲਈ ਦੂਜੇ ਕਈ ਦੇਸ਼ਾਂ ਦੀ ਹਮਾਇਤ ਜਾਂ ਹਮਦਰਦੀ ਪ੍ਰਾਪਤ ਕਰਨੀ ਵੀ ਬਹੁਤ ਜ਼ਰੂਰੀ ਹੋ ਗਈ ਹੈ। ਸਥਾਪਤੀ ਅਥਵਾ ਸਥਾਪਿਤ ਹਕੂਮਤ ਹਮੇਸ਼ਾ ਆਜ਼ਾਦੀ ਲਈ ਲੜਨ ਵਾਲੀਆਂ ਕੌਮਾਂ ਦੀ ਬੇਕਿਰਕੀ ਨਾਲ ਨਸਲਕੁਸ਼ੀ ਵੀ ਕਰਦੀ ਹੈ ਅਤੇ ਨਾਲ ਦੀ ਨਾਲ ਦੁਨੀਆ ਭਰ ਵਿੱਚ ਉਹਨਾਂ ਕੌਮਾਂ ਨੂੰ ਹਿੰਸਕ ਅਤੇ ਅੱਤਵਾਦੀ ਕਹਿ ਕੇ ਬਦਨਾਮ ਵੀ ਕਰਦੀ ਹੈ। ਭਾਰਤੀ ਸਟੇਟ ਸਿੱਖ ਕੌਮ ਨੂੰ ਇਹਨਾਂ ਦੋਹਾਂ ਹੀ ਮੋਰਚਿਆਂ ਤੇ ਹੋ ਰਹੀ ਸੀ। ਇੱਥੇ ਇਹ ਗੱਲ ਵਿਸ਼ੇਸ਼ ਤੌਰ ਤੇ ਸਮਝਣ ਵਾਲੀ ਹੈ ਕਿ ਭਾਰਤੀ ਹਕੂਮਤ ਦਾ ਆਜ਼ਾਦੀ ਲਈ ਸੰਘਰਸ਼ਸ਼ੀਲ ਸਿੱਖ ਕੌਮ ਨੂੰ ਦੁਨੀਆ ਭਰ ਵਿੱਚ ਅੱਤਵਾਦੀ ਕਹਿ ਕੇ ਬਦਨਾਮ ਕਰਨ ਦਾ ਪ੍ਰਾਪੇਗੰਡਾ ਇਹ ਦੱਸਦਾ ਹੈ ਕਿ ਅਥਾਹ ਲਸ਼ਕਰਾਂ ਅਤੇ ਦੁਨੀਆ ਦੀ ਵੱਡੀ ਹਥਿਆਰਬੰਦ ਫੌਜੀ ਤਾਕਤ ਹੋਣ ਦੇ ਬਾਵਜੂਦ ਭਾਰਤੀ ਸਟੇਟ ਇਸ ਪੱਖੋਂ ਪੂਰੀ ਤਰ੍ਹਾਂ ਸਪਸ਼ਟ ਸੀ ਕਿ ਸਿਰਫ ਹਥਿਆਰਾਂ ਅਤੇ ਫੌਜੀ ਤਾਕਤ ਦੇ ਬਲਬੂਤੇ ਸਿੱਖ ਕੌਮ ਨੂੰ ਦਬਾਇਆ ਨਹੀਂ ਜਾ ਸਕਦਾ। ਇਸ ਲਈ ਨਾਲ ਦੀ ਨਾਲ ਸਿਆਸੀ ਫਰੰਟ ਉੱਤੇ ਅਤੇ ਪ੍ਰਾਪੇਗੰਡੇ ਰਾਹੀਂ ਸਿੱਖਾਂ ਦੇ ਸੰਘਰਸ਼ ਨੂੰ ਬਦਨਾਮ ਕਰਨਾ ਵੀ ਜ਼ਰੂਰੀ ਹੈ। ਦੂਜੇ ਪਾਸੇ ਹਥਿਆਰਾਂ ਅਤੇ ਜੁਝਾਰੂ ਵਰਕਰਾਂ ਦੀ ਸੀਮਤ ਜਿਹੀ ਗਿਣਤੀ ਦੇ ਬਲਬੂਤੇ ਹੀ ਕੁਝ ਜੁਝਾਰੂ ਵੀਰਾਂ ਵੱਲੋਂ ਇਹ ਭਰਮ ਪਾਲ ਲੈਣਾ ਕਿ ਅਸੀਂ ਸਿਰਫ ਹਥਿਆਰਾਂ ਅਤੇ ਸ਼ਹੀਦੀਆਂ ਦੇ ਜ਼ੋਰ ਤੇ ਹੀ ਹਿੰਦ ਹਕੂਮਤ ਦੀ ਧੌਣ ਭੰਨ ਸੁੱਟਣੀ ਹੈ ਜਾਂ ਸਾਨੂੰ ਕਿਸੇ ਸਿਆਸੀ ਫਰੰਟ ਦੀ ਲੋੜ ਹੀ ਨਹੀਂ, ਇਹ ਇੱਕ ਆਤਮਘਾਤੀ ਸੋਚ ਸੀ। ਭਾਰਤੀ ਸਟੇਟ ਕੁਝ ਜੁਝਾਰੂਆਂ ਦਾ ਇਹ ਭਰਮ ਬਣਾਈ ਰੱਖਣਾ ਚਾਹੁੰਦੀ ਸੀ ਅਤੇ ਪੰਜਾਬ ਵਿੱਚ ਪੰਥ-ਪ੍ਰਸਤ ਸਿਆਸੀ ਫਰੰਟ ਨੂੰ ਸਫਲ ਨਹੀਂ ਸੀ ਹੋਣ ਦੇਣਾ ਚਾਹੁੰਦੀ। ਪਾਠਕ ਪਹਿਲਾਂ ਪੜ੍ਹ ਆਏ ਹਨ ਕਿ ਭਾਰਤੀ ਹਕੂਮਤ ਵੱਲੋਂ ਸਿੱਖਾਂ ਨਾਲ ਗੱਲਬਾਤ ਦਾ ਰਾਹ ਖੋਲ੍ਹਣ ਲਈ ਫੈਡਰੇਸ਼ਨ ਤੋਂ ਪਾਬੰਦੀ ਹਟਾਏ ਜਾਣ ਪਿੱਛੋਂ ਜਦੋਂ ਫੈਡਰੇਸ਼ਨ ਨੇ ਇੱਕ ਸਿਆਸੀ ਧਿਰ ਵਜੋਂ ਜਥੇਬੰਦ ਅਤੇ ਸਰਗਰਮ ਹੋਣਾ ਆਰੰਭ ਕੀਤਾ ਤਾਂ ਉਦੋਂ ਤੱਕ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਬੌਧਿਕ ਯੋਗਤਾ ਦਾ ਲੋਹਾ ਮੰਨ ਕੇ ਭਾਰਤੀ ਹਕੂਮਤ ਨੇ ਫੈਡਰੇਸ਼ਨ ਨਾਲ ਗੱਲਬਾਤ ਬੰਦ ਕਰਕੇ ਲੌਂਗੋਵਾਲ ਜੁੰਡਲੀ ਨੂੰ ਚੁਣ ਲਿਆ ਸੀ। ਇਹ ਖਤਰਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿਰ ਤੇ ਫਿਰ ਮੰਡਰਾਉਣ ਲੱਗ ਪਿਆ ਸੀ ਕਿ ਭਾਰਤੀ ਹਕੂਮਤ ਕੋਈ ਨਾ ਕੋਈ ਬਹਾਨਾ ਲਾ ਕੇ ਫੈਡਰੇਸ਼ਨ ਤੇ ਫਿਰ ਪਾਬੰਦੀ ਲਾ ਸਕਦੀ ਹੈ ਤਾਂ ਕਿ ਸਿੱਖਾਂ ਲਈ ਪੰਥ ਪ੍ਰਸਤ ਸਿਆਸੀ ਫਰੰਟ ਉਸਰ ਹੀ ਨਾ ਸਕੇ ਤੇ ਦਿੱਲੀ ਦੇ ਵਫਾਦਾਰ ਅਕਾਲੀ ਹੀ ਸਿੱਖ ਆਵਾਮ ਦੀ ਮਜਬੂਰੀ ਬਣੇ ਰਹਿਣ। ਇਸ ਲਈ ਬਿਨਾਂ ਤਾਕਤਾਂ ਰਾਹੀਂ ਪੰਥਕ ਕਮੇਟੀ ਤੋਂ ਝੂਠ ਬੋਲ ਕੇ ਬੇਮੌਕਾ ਖਾਲਿਸਤਾਨ ਦਾ ਐਲਾਨ ਕਰਵਾਇਆ ਗਿਆ। ਉਹਨਾਂ ਹੀ ਤਾਕਤਾਂ ਨੇ ਪਹਿਲਾਂ ਫੈਡਰੇਸ਼ਨ ਦੀ ਸਰਗਰਮ ਹੋਈ ਲੀਡਰਸ਼ਿਪ ਤੋਂ ਵੀ ਖਾਲਿਸਤਾਨ ਬਾਰੇ ਐਲਾਨ ਕਰਾਉਣ ਦੇ ਯਤਨ ਕੀਤੇ ਸਨ। ਬਹਾਨਾ ਉਦੋਂ ਵੀ ਇਹੀ ਸੀ ਕਿ ਗਵਾਂਢੀ ਹਮਦਰਦ ਦੇਸ਼ ਦੀ ਸ਼ਰਤ ਹੈ ਕਿ ਮਦਦ ਤਾਂ ਹੀ ਹੋਵੇਗੀ ਜੇ ਖਾਲਿਸਤਾਨ ਦਾ ਐਲਾਨ ਕਰੋਗੇ। ਪਰ ਫੈਡਰੇਸ਼ਨ ਦੀ ਲੀਡਰਸ਼ਿਪ ਇਸ ਭਰਮ ਜਾਲ ਵਿੱਚ ਨਹੀਂ ਫਸੀ ਜਿਸ ਵਿੱਚ ਬਾਅਦ ਵਿੱਚ ਪੰਥਕ ਕਮੇਟੀ ਨੂੰ ਫਸਾਇਆ ਗਿਆ। ਪੰਥਕ ਕਮੇਟੀ ਵੱਲੋਂ ਖਾਲਿਸਤਾਨ ਦੀ ਸਥਾਪਨਾ ਦੇ ਐਲਾਨ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਕਿਸੇ ਹਮਦਰਦ ਜਾਂ ਗੁਆਂਢੀ ਦੇਸ਼ ਨੇ ਅਜਿਹੀ ਕੋਈ ਸ਼ਰਤ ਨਹੀਂ ਸੀ ਰੱਖੀ। ਉਹਨਾਂ ਨੇ ਤਾਂ ਸਗੋਂ ਕਿਹਾ ਸੀ ਕਿ ਮੌਕਾ ਆਉਣ ਤੇ ਹੀ ਐਲਾਨ ਕੀਤਾ ਜਾਣਾ ਚਾਹੀਦਾ ਹੈ, ਅਜਿਹਾ ਐਲਾਨ ਨੁਕਸਾਨ ਕਰੇਗਾ। ਮਹਿੰਦਰ ਸਿੰਘ ਪੱਤਰਕਾਰ ਦੀ ਗਵਾਹੀ ਵਿੱਚ ਇਹ ਸਪਸ਼ਟ ਹੈ, ਅਜਿਹਾ ਹੋਇਆ ਵੀ। ਪੰਥਕ ਕਮੇਟੀ ਵੱਲੋਂ ਖਾਲਿਸਤਾਨ ਦਾ ਐਲਾਨ ਕਰਨ ਦੇ ਨਾਲ ਪੰਥਕ ਕਮੇਟੀ ਮੈਂਬਰਾਂ ਨੂੰ ਰੂਹਪੋਸ਼ ਹੋਣਾ ਪਿਆ। ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਨਤੀਜਾ ਬਰਨਾਲਾ ਬਾਦਲ ਜੁੰਡਲੀ ਲਈ ਇੱਕ ਅਹਿਮ ਸਿਆਸੀ ਮੋਰਚਾ ਖਾਲੀ ਹੋ ਗਿਆ। ਖਾਲਿਸਤਾਨ ਦੇ ਐਲਾਨਨਾਮੇ ਦੀ ਸ਼ਬਦਾਵਲੀ ਜਿਸ ਬਾਰੇ ਜ਼ਿਆਦਾਤਰ ਚਿੰਤਕ ਸਪਸ਼ਟ ਹਨ ਇਹ ਡਾਕਟਰ ਸੋਹਣ ਸਿੰਘ ਨੇ ਲਿਖੀ ਸੀ, ਜਿਸ ਵਿੱਚ ਦੋ ਗੱਲਾਂ ਬਹੁਤ ਉਘੜਵੀਆਂ ਹਨ। ਪਹਿਲੀ, ਖਾਲਿਸਤਾਨ ਬਣਾਉਣ ਦਾ ਟੀਚਾ ਨਹੀਂ ਮਿਥਿਆ ਗਿਆ ਬਲਕਿ ਸਿੱਧਾ ਖਾਲਿਸਤਾਨ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ ਗਿਆ ਸੀ। ਦੂਜੀ, ਛੇਤੀ ਹੀ ਖਾਲਿਸਤਾਨ ਦੀ ਅੰਤਰਮ ਸਰਕਾਰ ਦਾ ਐਲਾਨ ਕਰਨ ਦੇ ਵਾਅਦੇ ਅਧੀਨ ਦੂਜੇ ਮੁਲਕਾਂ ਤੋਂ ਇਸ ਲਈ ਮਾਨਤਾ ਦੀ ਮੰਗ ਕੀਤੀ ਗਈ ਸੀ। ਜੇਕਰ ਗੱਲ ਸਿਰਫ ਇੰਨੀ ਕੁ ਹੁੰਦੀ ਕਿ ਐਲਾਨ ਕੀਤਾ ਜਾਂਦਾ ਹੈ ਕਿ ਸਿੱਖ ਕੌਮ ਖਾਲਿਸਤਾਨ ਦੀ ਪ੍ਰਾਪਤੀ ਲਈ ਲੜੇਗੀ ਤਾਂ ਇਹ ਇੱਕ ਵੱਖਰੀ ਗੱਲ ਸੀ। ਇਹ ਟੀਚਾ ਤਾਂ ਕਈ ਵਾਰ ਪੰਥਕ ਸਟੇਜਾਂ ਉੱਤੇ ਦੁਹਰਾਇਆ ਜਾ ਚੁੱਕਾ ਸੀ, ਪਰ 29 ਅਪ੍ਰੈਲ 1986 ਨੂੰ ਹੋਇਆ ਖਾਲਿਸਤਾਨ ਦਾ ਐਲਾਨਨਾਮਾ ਸਿਰਫ ਇੰਨੀ ਕੁ ਗੱਲ ਨਹੀਂ ਸੀ ਬਲਕਿ ਖਾਲਿਸਤਾਨ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਛੇਤੀ ਹੀ ਸਰਕਾਰ ਦਾ ਗਠਨ ਕਰਨ ਦੇ ਵਾਅਦੇ ਨਾਲ ਹੋਰ ਮੁਲਕਾਂ ਤੋਂ
ਹਮਾਇਤ ਮੰਗੀ ਗਈ ਸੀ, ਬਿਨਾਂ ਕਿਸੇ ਅੰਦਰੂਨੀ ਅਤੇ ਬਾਹਰੀ ਤਿਆਰੀ ਤੋਂ। ਇਸ ਦੇ ਨਾਲ ਭਾਰਤੀ ਹਕੂਮਤ ਨੂੰ ਸਿੱਖ ਕੌਮ ਉੱਤੇ ਤੁਰੰਤ ਹੀ ਸਿੱਧਾ ਹਮਲਾ ਕਰਨ ਦਾ ਬਹਾਨਾ ਮੁਹੱਈਆ ਕਰਵਾ ਦਿੱਤਾ ਗਿਆ। ਹਕੀਕਤ ਵਿੱਚ ਇੱਕ ਨਵੇਂ ਦੇਸ਼ ਦੀ ਹੋਂਦ ਦਾ ਐਲਾਨ ਅਤੇ ਦੂਜੇ ਮੁਲਕਾਂ ਤੋਂ ਉਸ ਦੇਸ਼ ਲਈ ਮਾਨਤਾ ਦੀ ਮੰਗ, ਇਹ ਦੋਵੇਂ ਗੱਲਾਂ ਹਵਾ ਵਿੱਚ ਹੀ ਨਹੀਂ ਹੋ ਸਕਦੀਆਂ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਇੱਕ ਤਾਂ ਆਜ਼ਾਦ ਹੋ ਰਹੀ ਕੌਮ ਦੀ ਜਥੇਬੰਦਕ ਤਾਕਤ ਇੰਨੀ ਬਣ ਚੁੱਕੀ ਹੋਵੇ ਕਿ ਉਹ ਐਲਾਨੇ ਗਏ ਦੇਸ਼ ਦੀਆਂ ਹੱਦਾਂ ਵਿਚਲੇ ਸਮੁੱਚੇ ਸਰਕਾਰੀ ਢਾਂਚੇ 'ਤੇ ਫੁਰਤੀ ਨਾਲ ਕਾਬਜ਼ ਹੋ ਸਕੇ, ਤੇ ਦੂਜਾ ਮਾਨਤਾ ਹਵਾ ਵਿੱਚ ਹੀ ਅਪੀਲ ਕਰਕੇ ਮੰਗਣ ਦੀ ਬਜਾਏ ਪਹਿਲਾਂ ਹੀ ਕਈ ਦੇਸ਼ਾਂ ਨਾਲ ਅੰਦਰ ਖਾਤੇ ਸਮਝੌਤਾ ਹੋ ਚੁੱਕਾ ਹੋਵੇ। ਸਪਸ਼ਟ ਹੈ ਕਿ ਖਾਲਿਸਤਾਨ ਦੇ ਐਲਾਨ ਸਮੇਂ ਖਾਲਿਸਤਾਨੀ ਧਿਰਾਂ ਇਹਨਾਂ ਦੋਹਾਂ ਹੀ ਪੋਜੀਸ਼ਨਾਂ 'ਤੇ ਨਹੀਂ ਸਨ। ਖਾਲਿਸਤਾਨ ਨਾਲ ਸਿੱਖ ਆਵਾਮ ਦੀਆਂ ਭਾਵਨਾਵਾਂ ਜੁੜੀਆਂ ਹੋਣ ਕਾਰਨ ਇਹ ਐਲਾਨ ਦੀ ਅੰਦਰੂਨੀ ਪਰਤਾਂ ਨੂੰ ਬਹੁਤਾ ਨਾ ਫਰੋਲਿਆ ਗਿਆ। ਐਲਾਨਨਾਮੇ ਵਿੱਚ ਇਹ ਵੀ ਕਿਹਾ ਗਿਆ ਕਿ ਸੰਤ ਭਿੰਡਰਾਂਵਾਲਿਆਂ ਨੇ ਦਰਬਾਰ ਸਾਹਿਬ 'ਤੇ ਹਮਲੇ ਦੀ ਸੂਰਤ ਵਿੱਚ ਖਾਲਿਸਤਾਨ ਦੀ ਨੀਂਹ ਰੱਖੇ ਜਾਣ ਬਾਰੇ ਕਿਹਾ ਸੀ, ਪਰ ਇਹ ਯਾਦ ਰੱਖੇ ਜਾਣ ਦੀ ਲੋੜ ਸੀ ਕਿ ਨੀਂਹ ਰੱਖੇ ਜਾਣ 'ਤੇ ਹੀ ਗ੍ਰਹਿ ਪ੍ਰਵੇਸ਼ ਲਈ ਗੁਆਂਢੀਆਂ ਨੂੰ ਸੱਦੇ ਨਹੀਂ ਦਿੱਤੇ ਜਾ ਸਕਦੇ। ਇਸ ਲਈ ਪਹਿਲਾਂ ਰੱਖੀ ਗਈ ਨੀਂਹ ਉੱਤੇ ਮਜ਼ਬੂਤ ਇਮਾਰਤ ਦੀ ਉਸਾਰੀ ਕਰਨੀ ਜ਼ਰੂਰੀ ਹੁੰਦੀ ਹੈ। ਪਰ ਐਲਾਨਨਾਮੇ ਦੀ ਸ਼ਬਦਾਵਲੀ ਇਸ ਤਰ੍ਹਾਂ ਸੀ ਕਿ ਖਾਲਿਸਤਾਨ ਬਣ ਗਿਆ ਹੈ। ਹੇਠ ਲਿਖੀ ਸ਼ਬਦਾਵਲੀ ਪੜ੍ਹੋ। 1699 ਈਸਵੀ ਦੀ ਵਿਸਾਖੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਪੰਥ ਖਾਲਸਾ ਇੱਕ ਵਾਰ ਮੁੜ ਫੇਰ ਧਰ ਤੇਜ ਕਰਾਰਾ ਗੁਰੂ ਜੀ ਦੇ ਬਖਸ਼ੇ ਹੋਏ ਰਾਜ ਕਰੇਗਾ। ਖਾਲਸਾ ਦਾ 26 ਜਨਵਰੀ 1986 ਦੇ ਸਰਬੱਤ ਖਾਲਸਾ ਦੁਆਰਾ ਸਾਜੀ ਹੋਈ 5 ਮੈਂਬਰੀ ਪੰਥਕ ਕਮੇਟੀ ਰਾਹੀਂ ਖਾਲਿਸਤਾਨ ਦਾ ਸਿੱਖ ਸੰਗਤਾਂ ਦਾ ਸੁਪਨਾ ਸਾਕਾਰ ਕਰਦਾ ਹੈ। ਅੱਜ ਦੇ ਸੁਭਾਗ ਦਿਹਾੜੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਰੀ ਦੁਨੀਆ ਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ ਹਕੂਮਤਾਂ ਦੇ ਸਾਹਮਣੇ ਐਲਾਨ ਕਰਦਾ ਹੈ ਅਤੇ ਉਹਨਾਂ ਨੂੰ ਸੂਚਿਤ ਕਰਦਾ ਹੈ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ। ਇੱਥੇ ਸਿੱਖਾਂ ਦੇ ਬੋਲ ਬਾਲੇ, ਝੰਡੇ, ਬੁੰਗੇ ਅਤੇ ਚੌਂਕੀਆਂ ਸਦਾ ਲਈ ਅਟੱਲ ਹੋਣਗੀਆਂ। ਇੱਥੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਅਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਉੱਤੇ ਪੂਰਾ ਕੰਟਰੋਲ ਹੋਵੇਗਾ। ਪੰਥਕ ਦਸਤਾਵੇਜ਼। ਪਰ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ, ਜ਼ਮੀਨੀ ਤਿਆਰੀ ਕੋਈ ਵੀ ਨਹੀਂ ਸੀ। ਜੇ ਸਿੱਧੇ ਲਫ਼ਜ਼ਾਂ ਵਿੱਚ ਕਹਿਣਾ ਹੋਵੇ ਤਾਂ ਜਿਵੇਂ ਕਿਹਾ ਜਾਂਦਾ ਹੈ ਕਿ ਲੋਹਾ ਗਰਮ ਹੋ ਜਾਵੇ ਤਾਂ ਹੀ ਸੱਟ ਮਾਰੀ ਜਾਣੀ ਚਾਹੀਦੀ ਹੈ। ਇਸ ਮੁੱਦੇ ਉੱਤੇ ਬਿਨਾਂ ਲੋਹਾ ਗਰਮ ਕੀਤਿਆਂ ਸੱਟ ਮਾਰ ਦਿੱਤੀ ਗਈ, ਜਿਸ ਕਾਰਨ ਇਹ ਐਲਾਨਨਾਮਾ ਭਾਰਤੀ ਹਕੂਮਤ ਨੂੰ ਹੀ ਰਾਸ ਆਇਆ। ਇਸ ਦੇ ਕਈ ਕਾਰਨ ਹਨ। ਨੰਬਰ 1, ਇੱਕ ਤਾਂ ਪੰਥਕ ਕਮੇਟੀ ਦੇ ਮੈਂਬਰਾਂ ਦਾ ਰੂਪੋਸ਼ ਹੋਣ ਅਤੇ ਜਥੇਦਾਰ ਕੌਂਕੇ ਦੀ ਗ੍ਰਿਫਤਾਰੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਪੰਥ ਪ੍ਰਸਤਾਂ ਦੇ ਹੱਥਾਂ 'ਚੋਂ ਨਿਕਲ ਗਏ। ਫਿਰ ਬਾਦਲ ਟੌੜਾ ਹੋਰਾਂ ਦੇ ਕੰਟਰੋਲ 'ਚ ਆ ਗਿਆ। ਨੰਬਰ 2, ਦੂਜਾ ਹੋਇਆ ਇਹ ਕਿ ਦੁਨੀਆ ਭਰ ਦੇ ਵਿੱਚ ਪਹਿਲਾਂ ਜਿੱਥੇ ਹਿੰਦ ਸਿੱਖ ਲੜਾਈ ਨੂੰ ਇਸ ਨਜ਼ਰੀਏ ਨਾਲ ਵੇਖਿਆ ਜਾਂਦਾ ਸੀ ਕਿ ਭਾਰਤੀ ਹਕੂਮਤ ਨੇ ਸਿੱਖਾਂ ਦੇ ਮੁੱਖ ਧਾਰਮਿਕ ਕੇਂਦਰ 'ਤੇ ਫੌਜੀ ਹਮਲਾ ਕਰਕੇ ਸਿੱਖਾਂ ਦੀ ਨਸਲਕੁਸ਼ੀ ਆਰੰਭ ਕੀਤੀ ਹੈ ਅਤੇ ਸਿੱਖ ਕੌਮ ਪ੍ਰਤੀਕਰਮ ਵਜੋਂ ਆਪਣੀ ਹੋਂਦ ਬਚਾਉਣ ਲਈ ਲੜ ਰਹੀ ਹੈ, ਉੱਥੇ ਹੁਣ ਖਾਲਿਸਤਾਨ ਦੀ ਸਥਾਪਨਾ ਦੇ ਐਲਾਨ ਤੋਂ ਬਾਅਦ ਇਸ ਲੜਾਈ ਨੂੰ ਇਸ ਨਜ਼ਰੀਏ ਤੋਂ ਵੇਖਿਆ ਜਾਣਾ ਸੀ ਕਿ ਸਿੱਖਾਂ ਦੇ ਖਾਲਿਸਤਾਨੀ ਗਰੁੱਪਾਂ ਨੇ ਖਾਲਿਸਤਾਨ ਦੀ ਸਥਾਪਨਾ ਦਾ ਐਲਾਨ ਕਰਕੇ ਭਾਰਤ ਵਿਰੁੱਧ ਜੰਗ ਛੇੜ ਦਿੱਤੀ ਹੈ ਤੇ ਪ੍ਰਤੀਕਰਮ ਵਿੱਚ ਭਾਰਤੀ ਫੌਜਾਂ ਆਪਣੇ ਦੇਸ਼ ਨੂੰ ਟੁੱਟਣ ਤੋਂ ਬਚਾਉਣ ਲਈ ਲੜ ਰਹੀਆਂ ਹਨ। ਨੰਬਰ 3, ਇਸ ਨਾਲ ਭਾਰਤੀ ਹਕੂਮਤ ਦੁਨੀਆ ਨੂੰ ਇਹ ਸੁਨੇਹਾ ਦੇਣ ਵਿੱਚ ਸਫਲ ਹੋਈ ਕਿ ਸਿੱਖ ਜੁਝਾਰੂ ਲਹਿਰ ਜਥੇਬੰਦ ਵੀ ਨਹੀਂ ਅਤੇ ਸਿਆਣੀ ਵੀ ਨਹੀਂ। ਦੂਜੇ ਪਾਸੇ ਭਾਰਤੀ ਹਕੂਮਤ ਆਮ ਸਿੱਖਾਂ ਨੂੰ ਇਹ ਸੁਨੇਹਾ ਦੇਣ ਵਿੱਚ ਸਫਲ ਹੋ ਗਈ ਕਿ ਲੋੜ ਪੈਣ 'ਤੇ ਦੁਨੀਆ ਦੇ ਕਿਸੇ ਵੀ ਮੁਲਕ ਨੇ ਤੁਹਾਡੀ ਮਦਦ 'ਤੇ ਨਹੀਂ ਆਉਣਾ ਤੇ ਨਾ ਹੀ ਦੁਨੀਆ ਦੀ ਕੋਈ ਤਾਕਤ ਤੁਹਾਡੀ ਹਮਦਰਦ ਹੈ। ਨੰਬਰ 4, ਇਸ ਐਲਾਨ ਤੋਂ ਬਾਅਦ ਪੰਥਕ ਧਿਰ ਵਜੋਂ ਸਿੱਖਾਂ ਵੱਲੋਂ ਚੁਣੀ ਬਰਨਾਲਾ ਸਰਕਾਰ ਦੇ ਰਾਹੀਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਭੇਜ ਕੇ ਭਾਰਤੀ ਹਕੂਮਤ ਨੇ ਇੱਕ ਤਰ੍ਹਾਂ ਨਾਲ ਜੂਨ 1984 ਵਿੱਚ ਕੀਤੇ ਗਏ ਫੌਜੀ ਹਮਲੇ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕੀਤਾ ਅਤੇ ਇਸ 'ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਦੇ ਦਾਅਵੇਦਾਰ ਅਕਾਲੀ ਦਲ ਬਰਨਾਲਾ ਦੀ ਮੋਹਰ ਲਵਾ ਲਈ ਗਈ। ਨਜ਼ਰੀਏ ਦੇ ਫਰਕ ਉੱਤੇ ਦੁਨੀਆ ਦੀ ਹਮਾਇਤ ਹੀ ਨਹੀਂ, ਹਮਦਰਦੀ ਵੀ ਨਿਰਭਰ ਕਰਦੀ ਹੈ। ਪਰ ਇਸ ਤਰ੍ਹਾਂ ਭਾਰਤੀ ਹਕੂਮਤ ਨੂੰ ਪੰਥਕ ਕਮੇਟੀ ਵੱਲੋਂ ਬਿਨਾਂ ਕਿਸੇ ਜ਼ਮੀਨੀ ਤਿਆਰੀ ਦੇ ਕੀਤੇ ਗਏ ਖਾਲਿਸਤਾਨ ਦੇ ਐਲਾਨ ਨਾਲ
ਕਈ ਫਾਇਦੇ ਹੋਏ ਸਨ। ਮੈਂ ਇੱਥੇ ਸਪਸ਼ਟ ਕਰਦਿਆਂ ਕਿ ਮੈਂ ਜਾਂ ਕੋਈ ਵੀ ਪੰਥ ਪ੍ਰਸਤ ਸਿੱਖ ਖਾਲਿਸਤਾਨ ਦੇ ਸੰਕਲਪ ਤੋਂ ਬੇਮੁਖ ਹੋਣ ਬਾਰੇ ਸੋਚ ਵੀ ਨਹੀਂ ਸਕਦਾ। ਮਾਮਲਾ ਸਿਰਫ ਇਹ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਦਾ ਸੰਕਲਪ ਕਰਨਾ ਅਤੇ ਇਸ ਲਈ ਲੜਨਾ ਹੋਰ ਗੱਲ ਹੈ, ਜਦ ਕਿ ਬਿਨਾਂ ਕਿਸੇ ਤਿਆਰੀ ਤੋਂ ਖਾਲਿਸਤਾਨ ਦੀ ਸਥਾਪਨਾ ਦਾ ਐਲਾਨ ਕਰ ਦੇਣਾ ਇੱਕ ਵੱਖਰੀ ਗੱਲ। 29 ਅਪ੍ਰੈਲ 1986 ਨੂੰ ਇਹ ਐਲਾਨ ਕਰਨ ਦਾ ਢੁਕਵਾਂ ਮੌਕਾ ਅਤੇ ਤਿਆਰੀ ਬਿਲਕੁਲ ਹੀ ਨਹੀਂ ਸੀ ਤੇ ਇਹ ਐਲਾਨ ਉਸ ਸਮੇਂ ਨਹੀਂ ਸੀ ਹੋਣਾ ਚਾਹੀਦਾ, ਬਲਕਿ ਮਜ਼ਬੂਤ ਤਿਆਰੀ ਤੋਂ ਬਾਅਦ ਹੋਣਾ ਚਾਹੀਦਾ ਸੀ। ਸੰਤ ਭਿੰਡਰਾਂਵਾਲੇ ਵੀ ਇਸ ਜਾਲ ਵਿੱਚ ਨਹੀਂ ਸਨ ਫਸੇ। ਸੰਤ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਰਹੇ ਪੱਤਰਕਾਰ ਮਹਿੰਦਰ ਸਿੰਘ ਨੇ ਮੈਨੂੰ ਦੱਸਿਆ ਕਿ ਡਾਕਟਰ ਸੋਹਣ ਸਿੰਘ ਕਈ ਵਾਰ ਸੰਤ ਭਿੰਡਰਾਂਵਾਲਿਆਂ ਕੋਲ ਵੀ ਆਉਂਦੇ ਰਹੇ ਸਨ ਅਤੇ ਉਹਨਾਂ ਨੂੰ ਖਾਲਿਸਤਾਨ ਦੀ ਸਥਾਪਨਾ ਦਾ ਐਲਾਨ ਕਰਨ ਲਈ ਆਖਦੇ ਰਹੇ ਸਨ। ਪਰ ਸੰਤ ਭਿੰਡਰਾਂਵਾਲੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਸ ਲਈ ਪਹਿਲਾਂ ਤਿਆਰੀ ਦੀ ਲੋੜ ਹੈ। ਸੰਤ ਭਿੰਡਰਾਂਵਾਲੇ ਸਿੱਖ ਕੌਮ ਦੀ ਆਜ਼ਾਦੀ ਅਤੇ ਸਿੱਖਾਂ ਦੇ ਵੱਖਰੇ ਦੇਸ਼ ਦੀ ਪੂਰੀ ਤਰ੍ਹਾਂ ਮੁਦਈ ਸਨ, ਪਰ ਇਹ ਪ੍ਰਾਪਤੀ ਬਿਨਾਂ ਕਿਸੇ ਤਿਆਰੀ ਦੇ ਖਾਲਿਸਤਾਨ ਦੀ ਸਥਾਪਨਾ ਦਾ ਐਲਾਨ ਕਰ ਦੇਣ ਨਾਲ ਨਹੀਂ ਹੋਣੀ। ਇਸ ਤੋਂ ਇਹ ਗੱਲ ਸਮਝੀ ਜਾ ਸਕਦੀ ਹੈ ਕਿ ਅਸਲ ਵਿੱਚ ਉਦੋਂ ਵੀ ਇੰਦਰਾ ਗਾਂਧੀ ਦੀ ਸਰਕਾਰ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਲਈ ਇੱਕ ਵੱਡਾ ਬਹਾਨਾ ਲੱਭ ਰਹੀ ਸੀ ਅਤੇ ਇਹ ਬਹਾਨਾ ਉਦੋਂ ਬਖੂਬੀ ਮਿਲ ਸਕਦਾ ਸੀ ਜੇਕਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਖਾਲਿਸਤਾਨ ਦੀ ਸਥਾਪਨਾ ਦਾ ਐਲਾਨ ਕਰਕੇ ਇਸ ਲਈ ਵਿਦੇਸ਼ੀ ਮਦਦ ਮੰਗ ਲੈਂਦੇ। ਪਰ ਸੰਤ ਭਿੰਡਰਾਂਵਾਲੇ ਇਸ ਚਾਲ ਵਿੱਚ ਨਹੀਂ ਫਸੇ। ਫਿਰ ਵੀ ਫੌਜੀ ਹਮਲਾ ਹੋਇਆ ਅਤੇ ਇਸ ਲਈ ਬਹਾਨਾ ਇਹ ਘੜ ਲਿਆ ਗਿਆ ਕਿ ਜੇਕਰ ਤੁਰੰਤ ਹਮਲਾ ਨਾ ਕੀਤਾ ਜਾਂਦਾ ਤਾਂ ਅੰਦਰੋਂ ਉਹਨਾਂ ਨੇ ਖਾਲਿਸਤਾਨ ਦਾ ਐਲਾਨ ਕਰ ਦੇਣਾ ਸੀ। ਸੋ ਜੇਕਰ ਠੋਸ ਬਹਾਨਾ ਨਾ ਮਿਲਿਆ ਤਾਂ ਇਸ ਲਈ ਨਵਾਂ ਬਹਾਨਾ ਘੜ ਲਿਆ ਗਿਆ। ਉਹ ਛੇਤੀ ਹੀ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ। ਭਾਵ ਕਿਸੇ ਬੰਦੇ ਨੂੰ ਜਿਵੇਂ ਕਤਲ ਦੇ ਕੇਸ ਵਿੱਚ ਅੰਦਰ ਦੇਣ ਦਾ ਇਰਾਦਾ ਹੋਵੇ, ਇਸ ਲਈ ਕਿਸੇ ਦੀ ਡਿਊਟੀ ਉਸ ਬੰਦੇ ਨੂੰ ਉਕਸਾਉਣ ਲਈ ਲਾਈ ਗਈ ਹੋਵੇ ਕਿ ਉਹ ਕਤਲ ਕਰੇ, ਪਰ ਉਹ ਉਕਸਾਵੇ ਵਿੱਚ ਆ ਕੇ ਕਤਲ ਨਾ ਕਰੇ ਤਾਂ ਉਸ ਨੂੰ ਇਸ ਬਹਾਨੇ ਹੀ ਫੜ ਲਿਆ ਜਾਵੇ ਕਿ ਜੇ ਇਸ ਨੂੰ ਨਾ ਫੜਦੇ ਤਾਂ ਇਸ ਨੇ ਕਤਲ ਕਰ ਦੇਣਾ ਸੀ। ਸੋ ਜੇਕਰ 1984 ਵੇਲੇ ਸਰਕਾਰ ਨੂੰ ਇਹ ਬਹਾਨਾ ਨਾ ਮਿਲ ਸਕਿਆ ਤਾਂ 1986 ਵਿੱਚ ਦਰਬਾਰ ਸਾਹਿਬ ਤੇ ਹਮਲੇ ਨੂੰ ਸਹੀ ਠਹਿਰਾਉਣ ਲਈ ਦੂਜਾ ਹਮਲਾ ਕਰਨ ਵਾਸਤੇ ਇਹ ਬਹਾਨਾ ਉਹਨਾਂ ਨੂੰ ਮਿਲ ਚੁੱਕਾ ਸੀ। ਪਾਕਿਸਤਾਨ ਨੂੰ ਇੰਨਾ ਇਤਰਾਜ਼ ਕਿਉਂ ਸੀ? 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਸਥਾਪਨਾ ਦੇ ਐਲਾਨ ਨਾਲ ਪਾਕਿਸਤਾਨ ਨੂੰ ਇੰਨਾ ਇਤਰਾਜ਼ ਕਿਉਂ ਸੀ? ਇਹ ਸਮਝਣ ਲਈ ਵੀ ਪੜਚੋਲਵੀਂ ਨਜ਼ਰ ਦੀ ਲੋੜ ਹੈ। ਅਸਲ ਵਿੱਚ ਜਿਵੇਂ ਸਾਰੀ ਦੁਨੀਆ ਦੇ ਲੋਕ, ਸਿਆਸੀ ਵਿਸ਼ਲੇਸ਼ਕ ਤੇ ਅੰਤਰਰਾਸ਼ਟਰੀ ਹਾਲਾਤਾਂ ਤੇ ਨਜ਼ਰ ਰੱਖਣ ਵਾਲੇ ਪੱਤਰਕਾਰ ਜਿੱਥੇ ਭਾਰਤ ਪਾਕਿਸਤਾਨ ਟਕਰਾਅ ਤੋਂ ਜਾਣੂ ਸਨ, ਉੱਥੇ ਇਹ ਵੀ ਜਾਣਦੇ ਸਨ ਕਿ 1971 ਵਿੱਚ ਬੰਗਲਾਦੇਸ਼ ਬਣਾ ਕੇ ਪਾਕਿਸਤਾਨ ਦੇ ਦੋ ਟੋਟੇ ਕਰਨ ਵਿੱਚ ਭਾਰਤ ਦੀ ਮੁੱਖ ਭੂਮਿਕਾ ਹੈ। ਉਹ ਇਹ ਵੀ ਜਾਣਦੇ ਸਨ ਕਿ ਇਸ ਸਮੇਂ ਵਿੱਚ ਚੱਲ ਰਹੀ ਖਾਲਿਸਤਾਨੀ ਤਹਿਰੀਕ ਨੂੰ ਮਦਦ ਪਾਕਿਸਤਾਨ ਵੱਲੋਂ ਹੀ ਮਿਲ ਰਹੀ ਹੈ। ਸਭ ਦੀ ਇਹ ਜਿਗਿਆਸਾ ਵੀ ਕੁਦਰਤੀ ਹੋਵੇਗੀ ਕਿ ਦੇਖਦੇ ਹਾਂ ਕਿ ਪਾਕਿਸਤਾਨ ਹੁਣ ਇਸ ਮੌਕੇ ਦਾ ਲਾਭ ਲੈ ਕੇ 1971 ਦਾ ਬਦਲਾ ਲੈਣ 'ਚ ਸਫਲ ਹੁੰਦਾ ਹੈ ਜਾਂ ਨਹੀਂ। ਬਦਲਾ ਲੈਣ ਦਾ ਸਿੱਧਾ ਭਾਵ ਇਹ ਸੀ ਕਿ ਉਹ ਵੀ ਉਸੇ ਹੀ ਤਰ੍ਹਾਂ ਆਪਣੇ ਫੌਜੀ ਦਖਲ ਦੇ ਨਾਲ ਖਾਲਿਸਤਾਨ ਦੀ ਸਥਾਪਨਾ ਕਰਵਾਵੇ ਜਿਵੇਂ 1971 ਵਿੱਚ ਭਾਰਤ ਨੇ ਬੰਗਲਾਦੇਸ਼ ਦੀ ਸਥਾਪਨਾ ਕਰਵਾਈ ਸੀ। ਸੋ 29 ਅਪ੍ਰੈਲ 1986 ਨੂੰ ਜਦੋਂ ਪੰਥਕ ਕਮੇਟੀ ਵੱਲੋਂ ਖਾਲਿਸਤਾਨ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ, ਵਿਦੇਸ਼ੀ ਮਦਦ ਮੰਗੀ ਗਈ ਤਾਂ ਦੁਨੀਆ ਭਰ ਵਿੱਚ ਇਹ ਸੁਨੇਹਾ ਗਿਆ ਹੋਵੇਗਾ ਕਿ ਇਤਿਹਾਸ ਕੋਈ ਨਵੀਂ ਕਰਵਟ ਲੈਣ ਜਾ ਰਿਹਾ ਹੈ। ਇਸ ਘਟਨਾਕ੍ਰਮ ਨੂੰ ਵਾਚਣ ਵਾਲਾ ਹਰ ਸ਼ਖਸ ਸੋਚਦਾ ਹੋਵੇਗਾ ਕਿ ਪਾਕਿਸਤਾਨ ਦੀ ਹਕੂਮਤ ਵੱਲੋਂ ਇਹ ਐਲਾਨ ਪੂਰੀ ਤਿਆਰੀ ਪਿੱਛੋਂ ਪੂਰੀ ਤਰ੍ਹਾਂ ਮਿਥੀ ਹੋਈ ਸਕੀਮ ਦੇ ਤਹਿਤ ਕਰਵਾਇਆ ਗਿਆ ਹੋਵੇਗਾ ਅਤੇ ਵੱਖਰੇ ਦੇਸ਼ ਖਾਲਿਸਤਾਨ ਦੀ ਸਥਾਪਨਾ ਲਈ ਪੰਜਾਬ ਦੀਆਂ ਖਾਲਿਸਤਾਨੀ ਧਿਰਾਂ ਤੇ ਪਾਕਿਸਤਾਨੀ ਹਕੂਮਤ ਨੇ ਪੂਰੀ ਤਿਆਰੀ ਕਰ ਲਈ ਹੋਵੇਗੀ। ਪਰ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਸੀ। ਪਾਕਿਸਤਾਨੀ ਹਕੂਮਤ ਨੂੰ ਤਾਂ ਇਸ ਬਾਰੇ ਭਿਣਕ ਵੀ ਨਹੀਂ ਸੀ, ਜਦ ਕਿ ਗੁਰਜੀਤ ਸਿੰਘ ਨੇ ਇਸ ਬਾਰੇ ਪਾਕਿਸਤਾਨੀ ਸਰਕਾਰ ਦਾ ਸੁਨੇਹਾ ਹੋਣ ਦਾ ਝੂਠ ਬੋਲ ਕੇ ਪੰਥਕ ਕਮੇਟੀ ਨੂੰ ਗੁੰਮਰਾਹ ਕੀਤਾ ਸੀ। ਪਾਕਿਸਤਾਨ ਸਰਕਾਰ ਨੇ ਇਸ ਐਲਾਨ ਪਿੱਛੋਂ ਆਪਣੀ ਹੇਠੀ ਮਹਿਸੂਸ ਕਰਨੀ ਹੀ ਸੀ, ਪਰ ਭਾਰਤੀ ਤੰਤਰ ਇਸ ਐਲਾਨ ਪਿੱਛੋਂ, ਜੋ ਕਿ ਬਿਨਾਂ ਕਿਸੇ ਤਿਆਰੀ ਦੇ ਹੋਇਆ ਸੀ, ਦੁਨੀਆ ਨੂੰ ਇਹ ਪ੍ਰਭਾਵ ਦੇਣ 'ਚ ਸਫਲ ਹੋ ਗਿਆ ਸੀ ਕਿ ਪੰਜਾਬ ਉੱਤੇ ਉਸ ਦੀ ਮਜ਼ਬੂਤ ਪਕੜ ਹੈ ਅਤੇ ਉਸਨੇ ਗੁਆਂਢੀ ਦੁਸ਼ਮਣ ਦੀ ਸਿਆਹ ਨਾਲ ਹੋਏ ਇੱਕ ਵੱਡੇ
ਪਾਕਿਸਤਾਨੀ ਐਕਸ਼ਨ ਨੂੰ ਚੁਟਕੀਆਂ ਵਿੱਚ ਹੀ ਨਾਕਾਮ ਕਰ ਦਿੱਤਾ ਹੈ। ਸਵਾਲ ਇਹ ਵੀ ਹੈ ਕਿ ਉਸ ਸਮੇਂ ਜੇਕਰ ਵੱਖਰਾ ਦੇਸ਼ ਖਾਲਿਸਤਾਨ ਸਥਾਪਿਤ ਕਰਨ ਲਈ ਪੂਰੀ ਤਿਆਰੀ ਹੋ ਵੀ ਚੁੱਕੀ ਹੁੰਦੀ ਤਾਂ ਵੀ ਕੀ ਅਜਿਹਾ ਐਲਾਨ ਕਰਨਾ ਜ਼ਰੂਰੀ ਸੀ? ਬੰਗਲਾਦੇਸ਼ ਦੀ ਆਜ਼ਾਦੀ ਸਮੇਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਸੀ, ਪਰ ਭਾਰਤ ਦੇ ਫੌਜੀ ਦਖਲ ਨਾਲ ਅਤੇ ਬੰਗਲਾਦੇਸ਼ ਮੁਕਤੀ ਵਾਹਿਨੀ ਦੀ ਅੰਦਰੂਨੀ ਤਿਆਰੀ ਦੇ ਨਾਲ ਵੱਖਰਾ ਬੰਗਲਾਦੇਸ਼ ਹੋਂਦ ਵਿੱਚ ਆ ਗਿਆ ਸੀ। ਜੇ ਕਿਸੇ ਨੂੰ ਭੁਲੇਖਾ ਹੈ ਕਿ ਇਹ ਐਲਾਨ ਸਿਰਫ ਇਹ ਦੱਸਣ ਲਈ ਹੀ ਕੀਤਾ ਗਿਆ ਕਿ ਸਿੱਖ ਕੌਮ ਅੱਜ ਤੋਂ ਬਾਅਦ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਲੜੇਗੀ, ਤਾਂ ਇਹ ਵੀ ਫਜ਼ੂਲ ਦੀ ਗੱਲ ਲੱਗਦੀ ਹੈ। ਸੰਤ ਭਿੰਡਰਾਂਵਾਲਿਆਂ ਦੇ ਬਚਨ ਮੁਤਾਬਕ ਖਾਲਿਸਤਾਨ ਦੀ ਪ੍ਰਾਪਤੀ ਦੀ ਲੜਾਈ ਤਾਂ ਉਦੋਂ ਹੀ ਆਰੰਭ ਹੋ ਗਈ ਸੀ ਜਦੋਂ ਭਾਰਤੀ ਫੌਜ ਨੇ ਪਹਿਲੀ ਗੋਲੀ ਸ੍ਰੀ ਦਰਬਾਰ ਸਾਹਿਬ ਵੱਲ ਚਲਾਈ ਸੀ। ਫਿਰ ਵਿਸ਼ੇਸ਼ ਤੌਰ ਤੇ ਖਾਲਿਸਤਾਨ ਲਈ ਸੰਘਰਸ਼ ਕਰਨ ਲਈ ਦੱਸਣ ਬਾਰੇ ਐਲਾਨ ਕਰਨ ਦੀ ਕੀ ਲੋੜ ਸੀ ਜਾਂ ਤੁਕ ਸੀ? ਜੂਨ 1984 ਤੋਂ ਬਾਅਦ ਲੱਖਾਂ ਦੀ ਗਿਣਤੀ ਵਿੱਚ ਇਕੱਤਰ ਸੰਗਤਾਂ 'ਚ ਨੌਜਵਾਨਾਂ ਵੱਲੋਂ ਜੋਸ਼ੀਲੀ ਆਵਾਜ਼ ਵਿੱਚ ਲਾਏ ਜਾਂਦੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਸਪਸ਼ਟ ਐਲਾਨ ਸਨ ਕਿ ਸਿੱਖ ਕੌਮ ਹੁਣ ਆਪਣੇ ਵੱਖਰੇ ਕੌਮੀ ਘਰ ਖਾਲਿਸਤਾਨ ਲਈ ਤੜਪ ਰਹੀ ਹੈ। ਇਹ ਕਹਿਣ ਜਾਂ ਦੱਸਣ ਦੀ ਵਿਸ਼ੇਸ਼ ਲੋੜ ਨਹੀਂ ਸੀ ਕਿ ਸਿੱਖ ਕੌਮ ਹੁਣ ਖਾਲਿਸਤਾਨ ਦੀ ਪ੍ਰਾਪਤੀ ਲਈ ਲੜੇਗੀ। ਦੂਜੀ ਗੱਲ, 19 ਅਪ੍ਰੈਲ 1986 ਤੋਂ ਪਹਿਲਾਂ ਹੀ ਖਾਲਿਸਤਾਨ ਆਰਮਡ ਫੋਰਸ ਅਤੇ ਖਾਲਿਸਤਾਨ ਕਮਾਂਡੋ ਫੋਰਸ, ਫਿਰ ਖਾਲਿਸਤਾਨ ਲਿਬਰੇਸ਼ਨ ਫੋਰਸ ਵਰਗੀਆਂ ਜਥੇਬੰਦੀਆਂ ਵੱਲੋਂ ਜੁਝਾਰੂ ਐਕਸ਼ਨ ਕਰਨੇ ਆਰੰਭ ਕਰ ਦਿੱਤੇ ਗਏ ਸਨ। ਇਹਨਾਂ ਜਥੇਬੰਦੀਆਂ ਦੇ ਨਾਮ, ਕਾਮਤ ਤੇ ਉਹਨਾਂ ਨੂੰ ਪੰਥ ਵਜੋਂ ਮਿਲ ਰਹੀ ਵਿਆਪਕ ਹਮਾਇਤ ਹੀ ਸਪਸ਼ਟ ਐਲਾਨ ਸਨ ਕਿ ਪੰਜਾਬ ਦੀ ਧਰਤੀ ਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਦਾ ਬਿਗਲ ਵੱਜ ਚੁੱਕਾ ਹੈ। ਫਿਰ ਇਸ ਪ੍ਰਤੱਖ ਦਿਸ ਰਹੀ ਹਕੀਕਤ ਦੇ ਬਾਵਜੂਦ ਸਿਰਫ ਇਹ ਦੱਸਣ ਲਈ ਕਿ ਅਸੀਂ ਹੁਣ ਖਾਲਿਸਤਾਨ ਲਈ ਲੜਾਂਗੇ, ਵੱਡੇ ਪੱਧਰ ਤੇ ਐਲਾਨ ਦੀ ਕੀ ਤੁਕ ਬਣਦੀ ਸੀ? ਪਰ ਜੇ ਸਾਰੇ ਵਰਤਾਰੇ ਨੂੰ ਬਰੀਕੀ ਨਾਲ ਪੜਚੋਲਿਆ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਸ ਮੌਕੇ ਖਾਲਿਸਤਾਨ ਦੀ ਸਥਾਪਨਾ ਹੋ ਜਾਣ ਦਾ ਐਲਾਨ ਕਰਨ ਦਾ ਇੱਕ ਵੱਖਰਾ ਮਕਸਦ ਸੀ। ਫੈਡਰੇਸ਼ਨ ਲੀਡਰਸ਼ਿਪ ਸਹੀ ਸਿੱਧ ਹੋਈ। ਜਿਵੇਂ ਕਿ ਪਾਠਕ ਪਹਿਲਾਂ ਪੜ੍ਹ ਆਏ ਹਨ, ਪਾਬੰਦੀ ਹਟਣ ਪਿੱਛੋਂ ਸਰਗਰਮ ਹੋਈ ਫੈਡਰੇਸ਼ਨ ਲੀਡਰਸ਼ਿਪ ਤੋਂ ਵੀ ਖਾਲਿਸਤਾਨ ਦਾ ਐਲਾਨ ਕਰਾਉਣ ਦੇ ਯਤਨ ਹੋਏ ਸਨ, ਪਰ ਸਿਆਸੀ ਜ਼ਮੀਨ ਤੇ ਕਬਜ਼ਾ ਕਰਨ ਲਈ ਫੈਡਰੇਸ਼ਨ ਦੀ ਉਦੋਂ ਦੀ ਲੀਡਰਸ਼ਿਪ ਫਿਲਹਾਲ ਇਸ ਕੌਮੀ ਨਿਸ਼ਾਨੇ ਨੂੰ ਦਿਲ 'ਚ ਰੱਖ ਕੇ ਇਸ ਲਈ ਸਿਆਸੀ ਮੰਚ ਸਥਾਪਿਤ ਕਰਨ ਅਤੇ ਆਪਣੇ ਪੈਰ ਜਮਾਉਣ ਲਈ ਸਰਗਰਮ ਸੀ। ਬੈਂਜਾਮਿਨ ਫਰੈਂਕਲਿਨ ਦਾ ਕਥਨ ਹੈ, ਕੀੜੀ ਤੋਂ ਵੱਡਾ ਗਿਆਨਦਾਤਾ ਹੋਰ ਕੋਈ ਨਹੀਂ ਜੋ ਆਪਣਾ ਕੰਮ ਕਰਦੀ ਹੋਈ ਚੁੱਪ ਰਹਿੰਦੀ ਹੈ। ਫੈਡਰੇਸ਼ਨ ਲੀਡਰਸ਼ਿਪ ਨੇ ਭਾਂਪ ਲਿਆ ਸੀ ਕਿ ਜੇਕਰ ਸਿਆਸੀ ਆਧਾਰ ਕਾਇਮ ਕਰਨਾ ਹੈ ਤਾਂ ਖਾਲਿਸਤਾਨ ਦਿਲ 'ਚ ਜ਼ਰੂਰ ਹੋਵੇ, ਪਰ ਫਿਲਹਾਲ ਜ਼ੁਬਾਨ ਤੇ ਨਹੀਂ। ਜਥੇਬੰਦਕ ਮਜ਼ਬੂਤੀ ਤੋਂ ਬਾਅਦ ਜੇਕਰ ਫੈਡਰੇਸ਼ਨ ਲੀਡਰਸ਼ਿਪ ਖਾਲਿਸਤਾਨ ਨੂੰ ਆਪਣਾ ਨਿਸ਼ਾਨਾ ਸ਼ਰੇਆਮ ਐਲਾਨ ਦਿੰਦੀ ਤਾਂ ਉਦੋਂ ਉਸ 'ਤੇ ਪਾਬੰਦੀ ਲਾਉਣਾ ਭਾਰਤੀ ਹਕੂਮਤ ਲਈ ਅਸੰਭਵ ਹੋਣਾ ਸੀ। ਪਰ ਇਸੇ ਕਾਰਨ ਇਹ ਯਤਨ ਹੋ ਰਹੇ ਸਨ ਕਿ ਫੈਡਰੇਸ਼ਨ ਦੇ ਸਿਆਸੀ ਜ਼ਮੀਨ 'ਤੇ ਪੈਰ ਰੱਖਣ ਹੀ ਨਾ ਦਿੱਤੇ ਜਾਣ ਤੇ ਉਸ ਨੂੰ ਰੂਹ-ਪੋਸ਼ੀ ਦੇ ਰਾਹ ਪਾ ਕੇ ਖਾਲਿਸਤਾਨ ਦਾ ਸਿਆਸੀ ਮੰਚ ਉਸਰਨ ਦੇ ਖਤਰੇ ਤੋਂ ਸੁਰਖਰੂ ਹੋਇਆ ਜਾਵੇ। ਦੂਜੇ ਪਾਸੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੁਝ ਗਰੁੱਪਾਂ ਵੱਲੋਂ ਪ੍ਰਤਿਘਾ ਖਾਲਿਸਤਾਨ ਦੀ ਗੱਲ ਕਰਕੇ ਰੂਹ-ਪੋਸ਼ੀ ਅਤੇ ਹਥਿਆਰਬੰਦ ਸੰਘਰਸ਼ ਦੇ ਰਾਹ ਤੁਰ ਪੈਣਾ ਇੱਕ ਘਾਤਕ ਫੈਸਲਾ ਸੀ। ਸੰਤ ਭਿੰਡਰਾਂਵਾਲਿਆਂ ਦੇ ਸਮੇਂ ਵੀ ਫੈਡਰੇਸ਼ਨ ਕਾਰਕੁਨਾਂ ਨੇ ਹਥਿਆਰ ਚੁੱਕੇ ਸਨ, ਵੱਡੇ ਐਕਸ਼ਨ ਵੀ ਕੀਤੇ ਸਨ, ਪਰ ਇਸ ਸਾਰੇ ਐਕਸ਼ਨ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਂ ਹੇਠ ਨਹੀਂ ਸੀ ਕੀਤੇ ਗਏ, ਸਗੋਂ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਇਸ ਲਈ ਦਸ਼ਮੇਸ਼ ਰੈਜੀਮੈਂਟ ਨਾਂ ਦੀ ਵੱਖਰੀ ਜਥੇਬੰਦੀ ਬਣਾਈ ਸੀ। ਫੈਡਰੇਸ਼ਨ ਵੱਲੋਂ ਕੀਤੇ ਐਕਸ਼ਨਾਂ ਦੀ ਜ਼ਿੰਮੇਵਾਰੀ ਸਰਦਾਰ ਹਰਮਿੰਦਰ ਸਿੰਘ ਸੰਧੂ ਵੱਲੋਂ ਸਰਦੂਲ ਸਿੰਘ ਦੇ ਨਾਮ ਹੇਠ ਦਸ਼ਮੇਸ਼ ਰੈਜੀਮੈਂਟ ਵੱਲੋਂ ਲਈ ਜਾਂਦੀ ਸੀ, ਜੋ ਕਿ ਇੱਕ ਸੁਚੱਜੀ ਰਣਨੀਤੀ ਸੀ। ਪਰ ਹੁਣ ਫੈਡਰੇਸ਼ਨ ਦੇ ਕੁਝ ਗਰੁੱਪਾਂ ਵੱਲੋਂ ਹਥਿਆਰਬੰਦ ਲਹਿਰ ਦਾ ਹਿੱਸਾ ਬਣ ਕੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਂ 'ਤੇ ਕਤਲਾਂ ਦੀਆਂ ਜ਼ਿੰਮੇਵਾਰੀਆਂ ਲੈਣੀਆਂ ਫੈਡਰੇਸ਼ਨ ਵੱਲੋਂ ਅਕਾਲੀਆਂ ਦੇ ਬਦਲਦੇ ਰੂਪ 'ਚ ਉੱਭਰਨ ਦੀ ਜੱਦੋ-ਜਹਿਦ ਦੇ ਰਾਹ 'ਚ ਕੰਡੇ ਬੀਜਣ ਵਾਲੀ ਗੱਲ ਸੀ। ਚਾਹੀਦਾ ਇਹ ਸੀ ਕਿ ਜਿਹੜੇ ਫੈਡਰੇਸ਼ਨ ਕਾਰਕੁਨ ਹਥਿਆਰਬੰਦ ਸੰਘਰਸ਼ ਲੜਨਾ ਚਾਹੁੰਦੇ ਸਨ ਉਹ ਪਹਿਲਾਂ ਚੱਲ ਰਹੀਆਂ ਹੋਰ ਜੁਝਾਰੂ ਜਥੇਬੰਦੀਆਂ 'ਚ ਸ਼ਾਮਲ ਹੋ ਕੇ ਲੜਦੇ ਜਾਂ ਵੱਖਰੇ ਨਾਂ 'ਤੇ ਗਰੁੱਪ ਬਣਾ ਲੈਂਦੇ।
ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਸਿਆਸੀ ਪਲੇਟਫਾਰਮ ਲਈ ਲਾਂਭੇ ਰਹਿਣ ਦਿੰਦੇ। ਪਰ ਅਜਿਹੀ ਆਪੋ ਧਾਪੀ ਵਿੱਚ ਸਰਕਾਰ ਲਈ ਓਵਰਗਰਾਊਂਡ ਕੰਮ ਕਰਦੇ ਫੈਡਰੇਸ਼ਨ ਕਾਰਕੁਨਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਬਹਾਨਾ ਮਿਲ ਗਿਆ। ਸੱਚਮੁੱਚ ਇਹ ਸਿਆਸੀ ਪੱਧਰ 'ਤੇ ਕੰਮ ਕਰਦੇ ਫੈਡਰੇਸ਼ਨ ਕਾਰਕੁਨਾਂ ਲਈ ਔਖਾ ਸਮਾਂ ਸੀ। ਉਹਨਾਂ ਲਈ ਮੁਸ਼ਕਲ ਇਹ ਸੀ ਕਿ ਹਥਿਆਰਬੰਦ ਸੰਘਰਸ਼ ਕਰਨ ਵਾਲੇ ਫੈਡਰੇਸ਼ਨ ਗਰੁੱਪ ਵੀ ਉਹਨਾਂ ਨੂੰ ਟਿਕਣ ਨਹੀਂ ਦਿੰਦੇ ਸਨ ਤੇ ਸਰਕਾਰ ਵੀ ਹਥਿਆਰਬੰਦ ਸੰਘਰਸ਼ ਲੜ ਰਹੇ ਫੈਡਰੇਸ਼ਨ ਕਾਰਕੁਨਾਂ ਦੇ ਬਹਾਨੇ ਉਹਨਾਂ ਉੱਤੇ ਵੀ ਜ਼ਬਰ ਢਾਉਂਦੀ ਰਹਿੰਦੀ ਸੀ। ਫੈਡਰੇਸ਼ਨ ਵਰਕਰਾਂ ਨੂੰ ਛਾਪੇ ਮਾਰ-ਮਾਰ ਕੇ ਚੁੱਕਿਆ ਜਾਂਦਾ ਸੀ ਤੇ ਫੈਡਰੇਸ਼ਨ ਦੇ ਦਫ਼ਤਰਾਂ 'ਤੇ ਵੀ ਛਾਪੇ ਮਾਰੇ ਜਾਂਦੇ ਸਨ। ਇਸ ਹਾਲਤ ਵਿੱਚ ਵੀ ਜਿਨ੍ਹਾਂ ਫੈਡਰੇਸ਼ਨ ਆਗੂਆਂ ਨੇ ਸਿਆਸੀ ਮੈਦਾਨ 'ਤੇ ਕਾਬਜ਼ ਹੋਣ ਲਈ ਸੰਘਰਸ਼ ਜਾਰੀ ਰੱਖਿਆ, ਉਹਨਾਂ ਦੀ ਭਾਵਨਾ ਨੂੰ ਸਮਝਣ ਲਈ ਉਸ ਸਮੇਂ ਫੀਲਡ ਵਿੱਚ ਕੰਮ ਕਰਦੇ ਦੋ ਫੈਡਰੇਸ਼ਨ ਦੇ ਵੱਖ-ਵੱਖ ਗਰੁੱਪਾਂ ਨਾਲ ਸੰਬੰਧਿਤ ਲੀਡਰਾਂ ਦੀਆਂ ਵੱਖ-ਵੱਖ ਥਾਵਾਂ 'ਤੇ ਪ੍ਰਕਾਸ਼ਿਤ ਭੇਂਟ ਵਾਰਤਾਵਾਂ 'ਚੋਂ ਹਵਾਲਾ ਦੇਣਾ ਜ਼ਰੂਰੀ ਸਮਝਦਾ ਹਾਂ। ਸਰਬਜੀਤ ਸਿੰਘ ਰੋਪੜ, ਪਾਲੋਂ ਗਰੁੱਪ ਦੇ ਵਿਚਾਰ। ਸਵਾਲ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇਸ ਸਮੇਂ 3 ਗਰੁੱਪਾਂ ਵਿੱਚ ਵੰਡੀ ਗਈ ਹੈ। ਇਸ ਦੇ ਕੀ ਕਾਰਨ ਹਨ? ਜਵਾਬ, ਇਸ ਬਾਰੇ ਤਾਂ ਉਹੀ ਦੱਸ ਸਕਦੇ ਹਨ ਜਿਨ੍ਹਾਂ ਨੇ ਵੱਖਰੀਆਂ-ਵੱਖਰੀਆਂ ਜਥੇਬੰਦੀਆਂ ਬਣਾਈਆਂ ਹਨ। ਸਾਡੀ ਜਥੇਬੰਦੀ ਤਾਂ ਉਹੀ ਮੁੱਖ ਜਥੇਬੰਦੀ ਹੈ ਜਿਸ ਦੀ ਅਗਵਾਈ ਭਾਈ ਅਮਰੀਕ ਸਿੰਘ ਕਰਦੇ ਸਨ ਤੇ ਜਿਸ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸਰਪ੍ਰਸਤੀ ਹਾਸਲ ਸੀ। ਸਵਾਲ, ਏਕਤਾ ਲਈ ਵੀ ਕੋਈ ਯਤਨ ਹੋ ਰਹੇ ਹਨ? ਜਵਾਬ, ਅਸੀਂ ਸਿਧਾਂਤਕ ਏਕਤਾ ਦੇ ਹਾਮੀ ਹਾਂ ਤੇ ਇਸ ਲਈ ਯਤਨਸ਼ੀਲ ਹਾਂ। ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਵਿੱਚ ਚੱਲ ਰਹੇ ਹਨ, ਸਾਰੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਖਾਲਸੇ ਦਾ ਬੋਲਬਾਲਾ ਚਾਹੁੰਦੀਆਂ ਹਨ ਨੂੰ ਲਾਜ਼ਮੀ ਤੌਰ 'ਤੇ ਇਕੱਠਾ ਹੋਣਾ ਪਵੇਗਾ। ਸਵਾਲ, ਤੁਹਾਡੀ ਜਥੇਬੰਦੀ ਦੇ ਕਨਵੀਨਰ ਹਰਿੰਦਰ ਸਿੰਘ ਕਾਲੋਂ ਦੀ ਗ੍ਰਿਫਤਾਰੀ ਤੋਂ ਬਾਅਦ ਕੀ ਤੁਹਾਡੀਆਂ ਸਰਗਰਮੀਆਂ ਨੂੰ ਧੱਕਾ ਨਹੀਂ ਲੱਗਾ? ਜਵਾਬ, ਪ੍ਰਮੁੱਖ ਲੀਡਰ ਦੀ ਗ੍ਰਿਫਤਾਰੀ ਤੋਂ ਬਾਅਦ ਜਥੇਬੰਦੀ ਦੀਆਂ ਸਰਗਰਮੀਆਂ 'ਤੇ ਅਸਰ ਪੈਣਾ ਸੁਭਾਵਿਕ ਹੈ, ਪਰ ਅਸੀਂ ਸਰਗਰਮੀਆਂ ਤੇਜ਼ ਕਰਨ ਲਈ ਪੂਰੇ ਯਤਨ ਕਰਾਂਗੇ। ਸਵਾਲ, ਹੁਣ ਕਾਲਜ ਖੁੱਲ੍ਹ ਗਏ ਹਨ, ਤੁਸੀਂ ਕਾਲਜਾਂ 'ਚ ਨਵੇਂ ਯੂਨਿਟ ਕਾਇਮ ਕਰਨੇ ਹਨ, ਵਿਦਿਆਰਥੀਆਂ ਕੋਲ ਕੀ ਪ੍ਰੋਗਰਾਮ ਲੈ ਕੇ ਜਾ ਰਹੇ ਹੋ? ਜਵਾਬ, ਸਾਡਾ ਪ੍ਰੋਗਰਾਮ ਸਿੱਖ ਵਿਦਿਆਰਥੀਆਂ ਨੂੰ ਕੇਸਰੀ ਨਿਸ਼ਾਨ ਸਾਹਿਬ ਥੱਲੇ ਲਾਮਬੰਦ ਕਰਨਾ ਅਤੇ ਗੁਰਮਤਿ ਤੇ ਅਸੂਲਾਂ ਦੇ ਧਾਰਨੀ ਬਣਾਉਣਾ ਹੈ। ਇਸ ਦੇ ਨਾਲ ਹੀ ਕੇਂਦਰੀ ਸਰਕਾਰ ਵੱਲੋਂ ਸਿੱਖਾਂ ਦੀ ਰਾਜਨੀਤਿਕ ਅਤੇ ਸੱਭਿਆਚਾਰਕ ਪਛਾਣ ਖਤਮ ਕਰਨ ਲਈ ਕੀਤੇ ਜਾ ਰਹੇ ਸਿੱਧੇ ਅਤੇ ਅਸਿੱਧੇ ਯਤਨਾਂ ਤੋਂ ਉਹਨਾਂ ਨੂੰ ਚੌਕਸ ਕਰਨਾ ਵੀ ਸਾਡਾ ਕੰਮ ਹੈ। ਸਵਾਲ, ਤੁਸੀਂ ਵਿਦਿਆਰਥੀਆਂ ਦੇ ਵਿਦਿਅਕ ਮਸਲੇ ਜਿਵੇਂ ਕਿ ਨਵੀਂ ਵਿਦਿਅਕ ਨੀਤੀ ਲਾਗੂ ਕੀਤੀ ਜਾ ਰਹੀ ਹੈ ਆਦਿ ਉਠਾਉਣ ਦਾ ਇਰਾਦਾ ਨਹੀਂ ਰੱਖਦੇ? ਜਵਾਬ, ਅਸੀਂ ਸਿੱਖਿਆ ਦੇ ਰਾਸ਼ਟਰੀਕਰਨ ਦੀ ਨੀਤੀ ਦਾ ਵਿਰੋਧ ਕਰਦੇ ਹਾਂ। ਭਾਰਤ ਇੱਕ ਵੱਡਾ ਦੇਸ਼ ਹੈ, ਇਸ ਵਿੱਚ ਵੱਖ-ਵੱਖ ਕੌਮਾਂ ਰਹਿੰਦੀਆਂ ਹਨ। ਹਰ ਸੂਬੇ ਦੀਆਂ ਵੱਖਰੀਆਂ ਰਾਜਨੀਤਿਕ, ਇਤਿਹਾਸਕ ਤੇ ਸੱਭਿਆਚਾਰ ਵਿਸ਼ੇਸ਼ਤਾਵਾਂ ਹਨ। ਹਰ ਸੂਬੇ ਦੀ ਵੱਖਰੀ-ਵੱਖਰੀ ਆਰਥਿਕ ਸਥਿਤੀ ਹੈ। ਇਸ ਲਈ ਸੰਬੰਧਿਤ ਸੂਬੇ ਦੀ ਸਿੱਖਿਆ ਰਾਜ ਦੀਆਂ ਰਾਜਨੀਤਿਕ, ਇਤਿਹਾਸਕ, ਸੱਭਿਆਚਾਰ ਤੇ ਆਰਥਿਕ ਪਰਿਸਥਿਤੀਆਂ ਦੇ ਮੁਤਾਬਕ ਹੋਣੀ ਚਾਹੀਦੀ ਹੈ। ਸਿੱਖਿਆ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਜਿਸ ਨਾਲ ਵਿਦਿਆਰਥੀਆਂ ਵਿੱਚ ਪਰਾਏਪਣ ਦੀ ਭਾਵਨਾ ਪੈਦਾ ਹੁੰਦੀ ਹੋਵੇ ਤੇ ਉਹ ਅਲੱਗ-ਥਲੱਗ ਮਹਿਸੂਸ ਕਰਨ। ਸਵਾਲ, ਵਿਦਿਆਰਥੀਆਂ ਦੇ ਹੋਰ ਭਖਦੇ ਮਸਲੇ ਕੀ ਹਨ? ਜਵਾਬ, ਇਸ ਸਮੇਂ ਸਿੱਖ ਵਿਦਿਆਰਥੀਆਂ ਦੇ ਸਾਹਮਣੇ ਤਾਂ ਮੁੱਖ ਮਸਲਾ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦਾ ਹੈ। ਹਰ ਸਿੱਖ ਵਿਦਿਆਰਥੀ ਨੂੰ ਅੱਤਵਾਦੀ ਸਮਝਿਆ ਜਾਂਦਾ ਹੈ। ਸਾਡੇ ਸਾਹਮਣੇ ਅਹਿਮ ਗੱਲ ਤਾਂ ਵਿਦਿਆਰਥੀਆਂ ਨੂੰ ਪੁਲਿਸ ਤਸ਼ੱਦਦ ਤੋਂ ਬਚਾਉਣਾ ਅਤੇ ਆਪਣੀ ਜਥੇਬੰਦੀ ਦੀਆਂ ਸਰਗਰਮੀਆਂ ਜਾਰੀ ਰੱਖਣ ਲਈ ਆਪਣੇ ਜਮਹੂਰੀ ਅਧਿਕਾਰ ਹਾਸਲ ਕਰਨ ਦੀ ਹੈ। ਸਵਾਲ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ 'ਤੇ ਕੋਈ ਪਾਬੰਦੀ ਤਾਂ ਹੈ ਨਹੀਂ, ਕੀ ਤੁਹਾਡੀਆਂ ਸਰਗਰਮੀਆਂ 'ਤੇ ਕੋਈ ਰੋਕ ਹੈ? ਜਵਾਬ, ਉਂਝ ਭਾਵੇਂ ਫੈਡਰੇਸ਼ਨ 'ਤੇ ਕੋਈ ਪਾਬੰਦੀ ਨਹੀਂ ਹੈ, ਪਰ ਵਿਵਹਾਰਕ ਤੌਰ 'ਤੇ ਪਾਬੰਦੀ ਲਾਗੂ ਹੈ। ਸਾਡੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕੀਤਾ ਜਾ ਰਿਹਾ ਹੈ। ਸਾਡੇ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ 'ਤੇ ਵਾਰ-ਵਾਰ ਛਾਪੇ ਮਾਰੇ ਜਾ ਰਹੇ ਹਨ। ਸਾਡੇ ਵਰਕਰਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਹੈ। ਸਵਾਲ, ਪਰ ਸਰਕਾਰੀ ਤੇ ਗੈਰ ਸਰਕਾਰੀ ਹਲਕਿਆਂ ਵੱਲੋਂ ਤਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ 'ਤੇ ਦੋਸ਼ ਲਾਏ ਗਏ ਹਨ ਕਿ ਪੰਜਾਬ ਦੀਆਂ ਹਿੰਸਕ ਘਟਨਾਵਾਂ ਪਿੱਛੇ ਇਸ ਦਾ ਹੱਥ ਹੈ। ਜਵਾਬ, ਇਹ ਦੋਸ਼ ਬਿਲਕੁਲ ਗਲਤ ਹਨ। ਫੈਡਰੇਸ਼ਨ ਦਾ ਹਿੰਸਕ ਸਰਗਰਮੀਆਂ ਨਾਲ ਕੋਈ ਸਬੰਧ ਨਹੀਂ। ਸਵਾਲ, ਕੀ ਤੁਸੀਂ ਪੰਜਾਬ ਵਿੱਚ ਹੋ ਰਹੀਆਂ ਹਿੰਸਕ ਘਟਨਾਵਾਂ ਦੀ ਨਿੰਦਾ ਕਰਦੇ ਹੋ? ਜਵਾਬ, ਨਿੰਦਾ ਕਿਸ ਦੀ ਕਰੀਏ? ਕਦੇ ਵੀ ਦੋਸ਼ੀ ਮੌਕੇ 'ਤੇ ਨਹੀਂ ਫੜੇ ਗਏ
ਨਾ ਹੀ ਸਪਸ਼ਟ ਰੂਪ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਘਟਨਾਵਾਂ ਪਿੱਛੇ ਕਿਸ ਦਾ ਹੱਥ ਹੈ। ਇਸ ਤੋਂ ਇਲਾਵਾ ਨਿੰਦਾ ਕਰਨ ਦਾ ਲਾਭ ਵੀ ਕੀ ਹੈ। ਨਵੰਬਰ 1984 ਦੇ ਸਿੱਖ ਵਿਰੋਧੀ ਦਿੱਲੀ ਦੰਗਿਆਂ ਦੇ ਦੋਸ਼ੀ ਸ਼ਰੇਆਮ ਸੜਕਾਂ ਤੇ ਤੁਰੇ ਫਿਰਦੇ ਹਨ। ਸਿੱਖ ਦੰਗਾ ਪੀੜਤਾਂ ਨੇ ਪੁਲਿਸ ਕੋਲ ਉਹਨਾਂ ਵਿਰੁੱਧ ਦਰਖਾਸਤਾਂ ਦਿੱਤੀਆਂ ਹਨ, ਉਹਨਾਂ ਦੇ ਨਾਮ ਸਾਫ਼ ਦੱਸੇ ਹਨ, ਪਰ ਕਿਸੇ ਨੂੰ ਗ੍ਰਿਫਤਾਰ ਤੱਕ ਨਹੀਂ ਕੀਤਾ ਗਿਆ ਕਿ ਸਰਕਾਰ ਕਾਤਲਾਂ ਨੂੰ ਸਜ਼ਾ ਦੇਣ ਲਈ ਤਿਆਰ ਹੈ। ਰੋਜ਼ਾਨਾ ਅਜੀਤ ਵਿੱਚ ਛਪੀ ਇੰਟਰਵਿਊ ਵਿੱਚੋਂ ਸਰਦਾਰ ਸੁਖਵੰਤ ਸਿੰਘ ਅੱਕਾਂਵਾਲੀ ਪ੍ਰੈਜ਼ੀਡੀਅਮ ਦੇ ਵਿਚਾਰ। ਸਵਾਲ, ਪਿੱਛੇ ਜੇ ਲੁਧਿਆਣੇ ਵਿੱਚ ਹੋਏ ਸਿੱਖ ਸੰਮੇਲਨ ਦਾ ਵਿਸ਼ਾ ਸੀ ਸਿੱਖ ਸਮੱਸਿਆ ਕੀ ਹੈ, ਹੁਣ ਸਿੱਖ ਕੀ ਕਰਨ। ਇਹੋ ਸਵਾਲ ਤੁਹਾਨੂੰ ਹੈ। ਅੱਕਾਂਵਾਲੀ, ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਕਹਿਣੀ ਚਾਹੁੰਦਾ ਹਾਂ ਕਿ ਏਅਰ ਕੰਡੀਸ਼ਨ ਕਮਰਿਆਂ ਵਿੱਚ ਬਿਰਾਜਮਾਨ ਲੋਕ ਨਹੀਂ ਜਾਣਦੇ ਕਿ ਸਿੱਖ ਸਮੱਸਿਆ ਕੀ ਹੈ ਤੇ ਸਿੱਖ ਮਨ ਦੀ ਪੀੜ ਕਿੱਥੋਂ ਉੱਠਦੀ ਹੈ। ਦੂਸਰੀ ਗੱਲ ਇਹ ਹੈ ਕਿ ਸਮੱਸਿਆ ਸਿੱਖਾਂ ਦੀ ਨਹੀਂ ਹੈ, ਸਗੋਂ ਇਹ ਤਾਂ ਸਿੱਖਾਂ ਦੇ ਗਲ ਪਾਈ ਗਈ ਹੈ। ਇਸ ਲਈ ਇਹ ਕਹਿਣਾ ਵਧੇਰੇ ਵਾਜਬ ਹੈ ਕਿ ਸਮੱਸਿਆ ਸਿੱਖਾਂ ਲਈ ਕੀ ਹੈ। ਸਿੱਖ ਸਮੱਸਿਆ ਉਹਨਾਂ ਦੀ ਹੋਂਦ ਤੇ ਸਵੈਮਾਨ ਤੇ ਲੱਗਿਆ ਪ੍ਰਸ਼ਨ ਚਿੰਨ੍ਹ ਹੈ। ਸਿੱਖ ਸਮੱਸਿਆ ਹਰਿਮੰਦਰ ਸਾਹਿਬ ਤੇ ਲੱਗੀਆਂ ਗੋਲੀਆਂ ਹਨ। ਸਿੱਖ ਸਮੱਸਿਆ ਪੰਜਾਬ ਦੀ ਹਿੱਕ ਨਸਲ ਦੇ ਫੌਜੀ ਬੂਟ ਹਨ। ਢਹਿ ਢੇਰੀ ਕਰ ਦਿੱਤਾ ਗਿਆ ਅਕਾਲ ਤਖਤ ਹੈ। ਪਵਿੱਤਰ ਬੀੜਾਂ ਦੇ ਰਾਖ ਕਰ ਦਿੱਤੇ ਗਏ ਪਵਿੱਤਰ ਪੰਨੇ ਹਨ। ਪਨਾਹ ਕੀਤੀ ਗਈ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ। ਸਭ ਤੋਂ ਵੱਧ ਸਿੱਖ ਸਮੱਸਿਆ ਸਿੱਖ ਨੌਜਵਾਨਾਂ ਦੀਆਂ ਗੋਲੀਆਂ ਨਾਲ ਛਾਨਣੀ ਹੋਈਆਂ ਛਾਤੀਆਂ ਹਨ। ਸਿੱਖ ਸਮੱਸਿਆ ਜੇਲ੍ਹਾਂ ਭੋਗ ਰਹੀ ਸਿੱਖ ਜਵਾਨੀ ਹੈ। ਬੇਆਬਰੂ ਹੋਈਆਂ ਸਿੱਖ ਬੀਬੀਆਂ ਦੀ ਲੁੱਟੀ ਹੋਈ ਇੱਜ਼ਤ ਹੈ। ਸਿੱਖ ਸਮੱਸਿਆ ਦੇਸ਼ ਦੀਆਂ ਸੜਕਾਂ ਉੱਪਰ ਸਾੜੇ ਗਏ ਬੇਗੁਨਾਹ ਸਿੱਖਾਂ ਦੇ ਜਿਉਣ ਦਾ ਆਖਰੀ ਤਰਲਾ ਹੈ। ਸਿੱਖ ਸਮੱਸਿਆ ਦਿੱਲੀ ਦੇ ਦਰ ਤੋਂ ਦਰਕਾਰਿਆ ਅਨੰਦਪੁਰ ਦਾ ਮਤਾ ਹੈ। ਪੰਜਾਬ ਦੇ ਦਰਿਆਵਾਂ ਦਾ ਲੁੱਟਿਆ ਪਾਣੀ ਹੈ। ਬੇਦਖਲ ਕੀਤਾ ਗਿਆ ਪੰਜਾਬੀ ਬੋਲਦਾ ਇਲਾਕਾ ਤੇ ਚੰਡੀਗੜ੍ਹ ਹੈ। ਦੇਸ਼ ਦੀ ਇੱਕ ਇੱਕ ਇੰਚ ਭੂਮੀ ਤੇ ਡੁੱਲਿਆ ਸਿੱਖਾਂ ਦਾ ਖੂਨ ਖੁਦ ਬੋਲਦਾ ਹੈ। ਪਰ ਤੁਸੀਂ ਅਜੇ ਵੀ ਸਾਥੋਂ ਪੁੱਛਦੇ ਹੋ ਕਿ ਸਿੱਖ ਸਮੱਸਿਆ ਕੀ ਹੈ, ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ। ਉਹੀ ਜੋ ਉਹਨਾਂ ਦਾ ਇਤਿਹਾਸ ਤੇ ਵਿਰਸਾ ਉਹਨਾਂ ਨੂੰ ਕਰਨ ਲਈ ਕਹਿੰਦਾ ਹੈ, ਜ਼ੁਲਮ ਤੇ ਬੇਇਨਸਾਫੀ ਵਿਰੁੱਧ ਘੋਲ। ਸਵਾਲ, ਸਿੱਖ ਨੌਜਵਾਨਾਂ ਵਿੱਚ ਅੱਤਵਾਦੀ ਵੱਖਵਾਦੀ ਰੁਚੀਆਂ ਭਰ ਕਰਨ ਦੇ ਕੀ ਕਾਰਨ ਤੁਸੀਂ ਸਮਝਦੇ ਹੋ। ਅੱਕਾਂਵਾਲੀ, ਸਿੱਖ ਕਦੇ ਵੀ ਅੱਤਵਾਦੀ ਨਹੀਂ ਸਨ ਤੇ ਨਾ ਹਨ ਤੇ ਨਾ ਹੀ ਹੋਣਗੇ। ਸਿੱਖ ਕੌਮ ਕੇਵਲ ਆਪਣੇ ਗੁਰੂ ਦੇ ਦਰਸਾਏ ਮਾਰਗ ਤੇ ਤੁਰਨਾ ਜਾਣਦੀ ਹੈ। ਇਸ ਦੇਸ਼ ਦੇ ਕੱਟੜ ਹਿੰਦੂ ਫਿਰਕਾਪ੍ਰਸਤ ਹਾਕਮਾਂ ਨੇ ਆਪਣੇ ਗੁਰੂਆਂ ਦੇ ਹੁਕਮ ਅਨੁਸਾਰ ਅਮਰਧਾਰੀ ਤੇ ਸ਼ਸਤਰਧਾਰੀ ਹੋਏ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਭੰਡਿਆ। ਸਰਕਾਰੀ ਪ੍ਰਚਾਰ ਸਾਧਨਾਂ ਨੇ ਸਿੱਖਾਂ ਦੀ ਇਨਸਾਫ ਲਈ ਲੜਾਈ ਨੂੰ ਬੁਰਸ਼ਾਗਰਦੀ ਦੇ ਖਾਤੇ ਪਾਉਣ ਲਈ ਆਪਣਾ ਪੂਰਾ ਤਾਣ ਲਾਇਆ। ਸਿੱਖਾਂ ਤੇ ਉਹਨਾਂ ਦੀ ਮਾਂ ਬੋਲੀ ਨਾਲ ਹੋ ਰਿਹਾ ਵਿਤਕਰਾ ਅਤੇ ਸਿੱਖਾਂ ਨੂੰ ਜੀਵਨ ਦੇ ਸਭਨਾ ਖੇਤਰਾਂ ਵਿੱਚ ਫਾੜੀ ਰੱਖਣ ਦੀ ਘਿਨਾਉਣੀ ਖੇਡ ਨੇ ਸਿੱਖਾਂ ਅੰਦਰ ਬਦਲੇ ਦੀ ਭਾਵਨਾ ਨੂੰ ਜਨਮ ਦਿੱਤਾ। ਜਿਸ ਤਰ੍ਹਾਂ ਇਤਿਹਾਸ ਸਾਖੀ ਹੈ ਕਿ ਪਾਕਿਸਤਾਨ ਸ੍ਰੀ ਜਨਾਹ ਅਤੇ ਉਹਨਾਂ ਵਰਗੇ ਹੋਰਾਂ ਦੀਆਂ ਕੋਸ਼ਿਸ਼ਾਂ ਨਾਲ ਹੋਂਦ ਵਿੱਚ ਨਹੀਂ ਆਇਆ, ਸਗੋਂ ਹਿੰਦੂ ਬਹੁ ਗਿਣਤੀ ਵੱਲੋਂ ਮੁਸਲਮਾਨ ਘੱਟ ਗਿਣਤੀ ਨਾਲ ਸਮਾਜਿਕ, ਆਰਥਿਕ, ਸਿਆਸੀ ਤੇ ਭਾਈਚਾਰਕ ਨਾ ਬਰਾਬਰੀ ਭਰੇ ਵਿਤਕਰੇ ਨੇ ਹੀ ਮੁਸਲਮਾਨਾਂ ਲਈ ਵੱਖਰੇ ਦੇਸ਼ ਦੀ ਨੀਂਹ ਰੱਖੀ ਸੀ। ਇਹੋ ਗੱਲ ਹੁਣ ਪੰਜਾਬ ਅਤੇ ਸਿੱਖਾਂ ਨਾਲ ਵਾਪਰੀ ਹੈ। ਸਿੱਖ ਘੱਟ ਗਿਣਤੀ ਦੀ ਸੱਭਿਆਚਾਰਕ ਤੇ ਰਾਜਸੀ ਪਛਾਣ ਬਰਕਰਾਰ ਰੱਖਣ ਲਈ ਵੱਧ ਅਧਿਕਾਰਾਂ ਦੀ ਮੰਗ ਜਦੋਂ ਜਮਹੂਰੀ ਤਰੀਕਿਆਂ ਨਾਲ ਨਾ ਸੁਣੀ ਗਈ, ਸਿੱਖਾਂ ਦੇ ਪਵਿੱਤਰ ਗੁਰਦੁਆਰਿਆਂ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਤੇ ਫੌਜੀ ਚੜ੍ਹਾਈ ਕਰ ਦਿੱਤੀ। ਸਿੱਖ ਨੌਜਵਾਨਾਂ ਕੋਲ ਇਸ ਤੋਂ ਸਿਵਾ ਕੋਈ ਚਾਰਾ ਹੀ ਨਹੀਂ ਰਿਹਾ ਕਿਸ ਕੋਲ ਉਹ ਆਪਣੇ ਮਨ ਦੀ ਪੀੜ ਦੀ ਸ਼ਿਕਾਇਤ ਕਰ ਸਕਣ। ਕੋਈ ਵੀ ਵਿਅਕਤੀ ਜਾਂ ਕੌਮ ਜਨਮ ਤੋਂ ਅੱਤਵਾਦੀ ਨਹੀਂ ਹੁੰਦੀ, ਸਗੋਂ ਉਹਨਾਂ ਨੂੰ ਇਸ ਲਈ ਤਿਆਰ ਕੀਤਾ ਜਾਂਦਾ ਹੈ। ਸਵਾਲ, ਫੈਡਰੇਸ਼ਨ ਸਿੱਖਾਂ ਦੇ ਭਵਿੱਖ ਲਈ ਕੀ ਸੋਚਦੀ ਹੈ? ਕੀ ਫੈਡਰੇਸ਼ਨ ਉਹਨਾਂ ਲਈ ਵੱਖਰੇ ਰਾਸ਼ਟਰ ਦੀ ਇਛੁਕ ਹੈ? ਅੱਕਾਂਵਾਲੀ, ਫੈਡਰੇਸ਼ਨ ਸਿੱਖ ਕੌਮ ਦਾ ਹਰਾਵਲ ਦਸਤਾ ਹੈ ਤੇ ਹਰਾਵਲ ਦਸਤੇ ਦਾ ਕੰਮ ਹੁੰਦਾ ਹੈ ਆਪਣੀ ਕੌਮ ਦੀਆਂ ਇੱਛਾਵਾਂ ਤੇ ਖਾਹਿਸ਼ਾਂ ਲਈ ਕੁਰਬਾਨੀ ਦੇਣਾ। ਫੈਡਰੇਸ਼ਨ ਨੂੰ ਮਾਣ ਹੈ ਕਿ ਉਸਨੇ ਕੌਮ ਦੀਆਂ ਖਾਹਿਸ਼ਾਂ ਤੇ ਇੱਛਾਵਾਂ ਲਈ ਜ਼ਮੀਨ ਦਾ ਪੋਟਾ ਪੋਟਾ ਆਪਣੇ ਖੂਨ ਨਾਲ ਸਿੰਜਿਆ ਹੈ। ਉਸ ਨੂੰ ਆਪਣੀ ਕੌਮ ਲਈ ਇਨਸਾਫ ਚਾਹੀਦਾ ਹੈ, ਬੇਸ਼ੱਕ ਇਸ ਲਈ ਕੋਈ ਵੀ ਕੀਮਤ ਕਿਉਂ ਨਾ ਤਾਰਨੀ ਪਵੇ। ਫੈਡਰੇਸ਼ਨ ਨੇ ਆਪਣੀ ਕਾਇਮੀ ਸਮੇਂ ਆਪਣੇ ਐਲਾਨਨਾਮੇ ਵਿੱਚ ਸਾਫ਼-ਸਾਫ਼ ਲਿਖਿਆ ਸੀ, ਸਿੱਖ ਵਿਦਿਆਰਥੀ ਅਤੇ ਨੌਜਵਾਨਾਂ ਵਿੱਚ ਆਪਣੀ ਵੱਖਰੀ ਹਸਤੀ ਅਤੇ ਅੱਡਰੀ ਕੌਮੀਅਤ ਦਾ ਅਹਿਸਾਸ ਜਗਾਉਣਾ।
ਫੈਡਰੇਸ਼ਨ ਆਪਣੀ ਪੂਰੀ ਸ਼ਕਤੀ ਤੇ ਜੁਰਤ ਨਾਲ ਅੱਜ ਵੀ ਇਸ ਉੱਪਰ ਸੰਪਰਕ ਮਾਰਚ 1987 ਵਿੱਚ ਛਪੀ ਇੰਟਰਵਿਊ ਵਿੱਚੋਂ। ਇਹਨਾਂ ਦੋਹਾਂ ਫੈਡਰੇਸ਼ਨ ਆਗੂਆਂ ਦੇ ਵਿਚਾਰ ਫੈਡਰੇਸ਼ਨ ਦੀ ਉਸ ਸਮੇਂ ਦੀ ਮੁਸ਼ਕਲ ਹਾਲਾਤ ਵਿਚਲੀ ਸਰਗਰਮੀ ਅਤੇ ਸਿਆਸੀ ਜੱਦੋ-ਜਹਿਦ ਤੇ ਚਾਨਣਾ ਪਾਉਂਦੇ ਹਨ। ਪਾਠਕ ਇਹ ਵੀ ਪਿੱਛੇ ਪੜ੍ਹ ਆਏ ਹਨ ਕਿ ਜੂਨ 1984 ਦੇ ਘੱਲੂਘਾਰੇ ਸਮੇਂ ਇਹ ਦੋਵੇਂ ਫੈਡਰੇਸ਼ਨ ਆਗੂ ਵੱਖ-ਵੱਖ ਗੁਰਦੁਆਰਿਆਂ ਉੱਤੇ ਹਮਲੇ ਸਮੇਂ ਹਕੂਮਤੀ ਜ਼ੁਲਮ ਦਾ ਨਿਸ਼ਾਨਾ ਬਣੇ ਸਨ ਅਤੇ ਸਭ ਤੋਂ ਮੰਦਭਾਗੀ ਗੱਲ ਇਹ ਕਿ ਦੋਵੇਂ ਹੀ ਉਕਤ ਫੈਡਰੇਸ਼ਨ ਆਗੂ ਬਾਅਦ 'ਚ ਕੁਝ ਇੱਕ ਜੁਝਾਰੂ ਗਰੁੱਪਾਂ ਵੱਲੋਂ ਹੀ ਗਦਾਰ ਕਹਿ ਕੇ ਅੰਤਮ ਕਰ ਦਿੱਤੇ ਗਏ। ਭਾਵ ਇੱਕ ਪਾਸੇ ਹਕੂਮਤ ਵੀ ਚਾਹੁੰਦੀ ਸੀ ਕਿ ਖਾਲਿਸਤਾਨੀ ਧਿਰਾਂ ਸਿਆਸੀ ਪਿੜ ਤੋਂ ਦੂਰ ਰਹਿਣ, ਫਿਰ ਵੀ ਹਕੂਮਤ ਜਿਨ੍ਹਾਂ ਨੂੰ ਆਪਣੇ ਹਰੇਕ ਹਰਬੇ ਨਾਲ ਸਿਆਸੀ ਪਿੜ 'ਚੋਂ ਨਾ ਹਟਾ ਸਕੀ, ਉਹਨਾਂ ਨੂੰ ਕੁਝ ਜੁਝਾਰੂ ਗਰੁੱਪਾਂ ਨੇ ਹੀ ਗਦਾਰ ਕਹਿ ਕੇ ਕਤਲ ਕਰਕੇ ਸਿਆਸੀ ਮੈਦਾਨ 'ਚੋਂ ਹਟਾ ਦਿੱਤਾ। ਇਹਨਾਂ ਜੁਝਾਰੂ ਗਰੁੱਪਾਂ ਨੂੰ ਸਰਕਾਰੀ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇਹਨਾਂ ਨੇ ਕੀਤਾ ਉਹੀ ਜੋ ਸਰਕਾਰ ਚਾਹੁੰਦੀ ਸੀ। ਕਿਤਾਬ ਰੋਸ਼ਨ ਦਿਮਾਗ, ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ, ਲੇਖਕ ਬਲਜੀਤ ਸਿੰਘ ਖਾਲਸਾ। ਤੁਸੀਂ ਸੁਣ ਰਹੇ ਸੀ 22ਵਾਂ ਭਾਗ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।